ਮੈਂ ਜ਼ਰੂਰੀ ਨਹੀਂ ਕਹਿੰਦਾ ਕਿ ਜਿਹੜੇ ਨਵੇਂ CPO ਅੱਛੇ ਨਹੀਂ ਹੋਣਗੇ, ਪਰ ਜਦੋਂ ਕਿਸੇ ਨੇ ਉਹਨਾਂ ਨੇ ਇੰਟਰਨਸ਼ਿਪ ਕਿਸੇ ਅੱਛੇ ਐਕਸਪੀਰੀਅੰਸ CPA ਨਾਲ ਕੀਤੀ ਹੈ ਜਾਂ ਕਿਸੇ ਵੱਡੀ ਅਕਾਊਂਟਿੰਗ ਫਰਮ ਵਿੱਚ ਕੀਤੀ ਹੈ, ਉਹਦਾ ਕਾਫੀ ਫਾਇਦਾ ਹੋ ਜਾਂਦਾ। ਪਰ ਜ਼ਰੂਰੀ ਗੱਲ ਹੈ ਕਿ ਤੁਸੀਂ CPA ਨੂੰ ਉਹਦੀ ਪ੍ਰੀ ਕੁਆਲੀਫਿਕੇਸ਼ਨ ਜ਼ਰੂਰ ਦੇਖੋਗੇ ਕਿ ਤੁਹਾਡੇ ਕੋਲ ਇਨਵੈਸਟਮੈਂਟ ਪ੍ਰਾਪਰਟੀ ਹੈਗੀਆਂ ਔਰ ਤੁਸੀਂ ਕਿੰਨੇ ਚਿਰ ਤੱਕ ਸਿਰਫ ਆਪਣੇ ਪ੍ਰਿੰਸੀਪਲ ਰੈਜ਼ੀਡੈਂਸ ਆਪਣੇ ਨਾਂ ਤੋਂ ਲਵੋ। ਜਿਹੜੇ ਬਾਕੀ ਪ੍ਰਾਪਰਟੀਆਂ ਹੈਗੀਆਂ ਉਹਨਾਂ ਵਾਸਤੇ ਤੁਸੀਂ ਆਪਣੇ ਵਕੀਲ ਦੇ ਨਾਲ ਆਪਣੇ ਅਕਾਊਂਟੈਂਟ ਨਾਲ ਗੱਲ ਕਰਕੇ ਇੱਕ ਟਰਸਟ ਬਣਾਓ ਜਾਂ ਕਾਰਪੋਰੇਸ਼ਨ ਬਣਾਓ। ਹੁਣ ਇਹਨਾਂ ਚੀਜ਼ਾਂ ਵਾਸਤੇ ਤੁਹਾਨੂੰ ਐਕਸਪਰਟ ਦੀ ਲੋੜ ਹੈਗੀ ਹੈ, ਅਦਰਵਾਈਜ਼ ਤੁਸੀਂ ਸਾਰਾ ਕੁਝ ਜਿਹੜੀਆਂ ਇਨਵੈਸਟਮੈਂਟ ਪ੍ਰਾਪਰਟੀਜ਼ ਨੇ ਉਹ ਆਪਣੇ ਨਾਂ 'ਤੇ ਨਹੀਂ ਲੈਣੀ ਚਾਹੀਦੀਆਂ, ਕਦੇ ਵੀ ਨਹੀਂ ਲੈਣੀਆਂ ਚਾਹੀਦੀਆਂ। ਸੋ ਗੱਲ ਕਰ ਰਹੇ ਸਾਂ ਅਸੀਂ ਕਿ ਜਦੋਂ ਕੋਈ ਪ੍ਰਾਪਰਟੀ ਖਰੀਦਣੀ ਹੈ, ਘਰ ਰਹਿਣ ਵਾਸਤੇ ਖਰੀਦਣਾ ਜਾਂ ਇਨਵੈਸਟਮੈਂਟ ਵਾਸਤੇ, ਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਇੱਕ ਆਮ ਇਨਸਾਨ ਨੂੰ ਨਹੀਂ ਪਤਾ ਹੁੰਦਾ। ਅਤੇ ਜਿਸ ਤਰ੍ਹਾਂ ਮਾਰਕੀਟ ਦਾ ਸਿਲਸਿਲਾ ਪਿਛਲੇ ਦਿਨਾਂ ਚੱਲਦਾ ਰਿਹਾ, ਉਹਦੇ 'ਚ ਜ਼ਿਆਦਾਤਰ ਰਿਆਲਟਰ ਜਾਂ ਹੋਰ ਲੋਕ ਵੀ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ ਕਿਉਂਕਿ ਬੜੀ ਇੱਕ ਭੱਜ ਦੌੜ ਦਾ ਮਾਹੌਲ ਬਣਿਆ ਹੋਇਆ ਸੀ। ਪਰ ਇੰਪੋਰਟੈਂਟ ਚੀਜ਼ਾਂ ਨੇ ਜਿਹੜੀਆਂ ਹਰ ਕੰਜ਼ਿਊਮਰ ਨੂੰ, ਹਰ ਬਾਇਰ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਸੋ ਅੱਜ ਅਸੀਂ ਉਹਦੇ ਬਾਰੇ ਗੱਲਬਾਤ ਕਰਾਂਗੇ ਅਤੇ ਸਾਡੇ ਨਾਲ ਨਵਤਾਜ ਚੰਡੋਕ ਨੇ ਜਿਹੜੇ ਕਿ ਰੀਅਲ ਸਟੇਟ ਇਨਵੈਸਟਮੈਂਟ ਕੋਚ ਨੇ ਅਤੇ ਆਪਣੇ ਲੰਬੇ ਚੌੜੇ ਤਜਰਬੇ 'ਚੋਂ ਕੁਛ ਬਹੁਤ ਹੀ ਇੰਪੋਰਟੈਂਟ ਗੱਲਾਂ ਸਾਡੇ ਨਾਲ ਸ਼ੇਅਰ ਕਰਨਗੇ। ਨਵਤਾਜ ਜੀ, ਬਹੁਤ ਬਹੁਤ ਸ਼ੁਕਰੀਆ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ। ਅਤੇ ਬਹੁਤ ਸਾਰੀਆਂ ਗੱਲਾਂ ਨੇ, ਕੁਛ ਗੱਲਾਂ ਤਾਂ ਚਲੋ ਜਿਵੇਂ ਕਹਿੰਦੇ ਨੇ ਇੰਸਪੈਕਸ਼ਨ ਵਗੈਰਾ ਜਦੋਂ ਕਰਾਈ ਜਾਂਦੀ ਹੈ ਅਤੇ ਉਦੋਂ ਦੱਸੀਆਂ ਜਾਂਦੀਆਂ ਨੇ, ਪਰ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਕਾਫੀ ਕੁਛ ਇਹੋ ਜਿਹਾ ਜਿਹੜਾ ਹਰੇਕ ਨੂੰ ਨਹੀਂ ਪਤਾ ਹੁੰਦਾ ਅਤੇ ਦੱਸਿਆ ਵੀ ਨਹੀਂ ਜਾਂਦਾ। ਜੀ, ਸਭ ਤੋਂ ਪਹਿਲੇ ਮੈਂ ਸਭ ਨੂੰ ਦੱਸਣਾ ਚਾਹੁੰਦਾ ਕਿ ਮੈਂ ਇੱਕ ਰੀਅਲ ਸਟੇਟ ਏਜੰਟ ਜਾਂ ਮੌਰਗੇਜ ਬ੍ਰੋਕਰ ਨਹੀਂ ਹਾਂ। ਮੇਰਾ ਕੰਮ ਹੈ ਸਿਰਫ ਐਜੂਕੇਸ਼ਨ ਪ੍ਰੋਵਾਈਡ ਕਰਨਾ। ਅਤੇ ਸਿੰਪਲ ਜੀ ਮੈਂ ਤੁਹਾਨੂੰ ਦੋ ਗੱਲਾਂ ਦੱਸਣੀਆਂ ਚਾਹੁੰਦਾ ਕਿ ਕੈਨੇਡਾ ਦੇ ਵਿੱਚ ਆਮ ਜਨਤਾ, ਆਮ ਲੋਕ ਜਿਹੜੇ ਹੈਗੇ ਆ, ਉਹ ਜਦੋਂ ਪੈਸਾ ਕਮਾਉਂਦੇ ਆ ਉਹਨਾਂ ਦੇ ਵਿੱਚੋਂ 30 to 50% ਟੈਕਸਾਂ ਚਲੇ ਜਾਂਦਾ, 40% ਤੋਂ ਲੈ ਕੇ 30% ਤੋਂ 40% ਘਰਾਂ ਦਾ ਖਰਚਾ ਚਲੇ ਜਾਂਦਾ। ਹੁਣ ਇਹ ਸਭ ਨੂੰ ਵੱਡਾ ਸਾਡਾ ਕਰਜ਼ਾ ਹੁੰਦਾ, ਉਹ ਹੁੰਦਾ ਘਰ ਦਾ। ਜਦੋਂ ਅਸੀਂ ਘਰ ਲੈਣਾ, ਭਾਵੇਂ ਇਨਵੈਸਟਮੈਂਟ ਵਾਸਤੇ ਲੈਣਾ ਜਾਂ ਕਿਸੇ ਚੀਜ਼ ਵਾਸਤੇ ਲੈਣਾ, ਉਹਦੇ ਵਿੱਚ ਕਈ ਗੱਲਾਂ ਹੈਗੀਆਂ ਜਿਹੜਾ ਸਾਨੂੰ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ। ਹੁਣ ਸਪੋਜ਼ ਕਰੋ ਕਿ ਤੁਸੀਂ ਘਰ ਲੈਣਾ ਹੈਗਾ, ਅਤੇ ਪਹਿਲੀ ਗੱਲ ਜਿਹੜੇ ਆਮ ਇਨਸਾਨ ਲੋਕੀ ਜਾਂ ਕੈਨੇਡੀਅਨ ਲੋਕੀ ਨਹੀਂ ਕਰਦੇ, ਉਸ ਚੀਜ਼ ਦਾ ਧਿਆਨ ਨਹੀਂ ਕਰਦੇ, ਉਸ ਨੂੰ ਕਹਿੰਦੇ ਨੇ ਕ੍ਰਾਈਮ। ਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਕ੍ਰਾਈਮ ਹੈ ਕਿਸ ਏਰੀਏ 'ਚ ਜ਼ਿਆਦਾ ਹੁੰਦਾ। ਹੁਣ ਸਾਡੇ ਬਹੁਤ ਸਾਰੇ ਲੋਕਾਂ ਦਾ ਖਿਆਲ ਹੈ ਜੀ ਨਹੀਂ, ਕ੍ਰਾਈਮ ਉੱਥੇ ਹੁੰਦਾ ਜਿੱਥੇ ਗਰੀਬ ਲੋਕ ਰਹਿੰਦੇ ਆ। ਇਹ ਗੱਲ ਠੀਕ ਨਹੀਂ ਆ। ਸ਼ਾਇਦ ਮਿਡਲ ਕਲਾਸ 'ਚ ਹੁੰਦਾ ਹੋਵੇ, ਸ਼ਾਇਦ ਉਹਦੇ ਵਿੱਚ ਵੀ ਠੀਕ ਨਹੀਂ ਆ। ਕੀ ਬਹੁਤ ਅਮੀਰ ਘਰਾਂ 'ਚ ਵੀ ਹੁੰਦਾ? ਜੀ ਹਾਂ, ਉੱਥੇ ਵੀ ਹੁੰਦਾ। ਹੁਣ ਜਦੋਂ ਤੁਸੀਂ ਘਰ ਲੈਣ ਤੋਂ ਪਹਿਲਾਂ ਕਿਸੇ ਏਰੀਏ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਪਹਿਲੀ ਗੱਲ ਚੈੱਕ ਕਰਨੀ ਹੈ ਕਿ ਉਸ ਦਾ ਕ੍ਰਾਈਮ ਰੇਟ ਕੀ ਹੈ। ਕੀ ਤੁਹਾਡੀ ਮਾਂ, ਭੈਣ, ਬੇਟੀ ਸਾਰਾ ਸੇਫ ਹੈ? ਕੀ ਤੁਸੀਂ 11 ਵਜੇ ਰਾਤ ਨੂੰ ਘਰ ਆ ਸਕਦੇ, ਤੁਹਾਡੀ ਬੇਟੀ ਘਰ ਆ ਸਕਦੀ ਹੈ? ਕੀ ਤੁਹਾਡੀ ਗੱਡੀ ਡਰਾਈਵ ਵਿੱਚ ਖੜੋਤੀ ਹੈ, ਕੋਈ ਕਾਰ ਜੈਕ ਨਹੀਂ ਕਰੇਗਾ? ਇਹਨਾਂ ਚੀਜ਼ਾਂ ਦਾ ਸਭ ਨੂੰ ਇੱਕੋ ਸਿੰਪਲ ਚੀਜ਼ ਹੈਗੀ ਆ। ਉਸ ਨੂੰ ਕਹਿੰਦੇ ਨੇ, ਇੱਕ ਵੈਬਸਾਈਟ ਹੈ, ਉਸ ਨੂੰ ਕਹਿੰਦੇ ਨੇ crimespot.com। ਪਹਿਲਾਂ ਉਸ ਸਾਈਟ 'ਤੇ ਜਾ ਕੇ ਦੇਖ ਲਓ ਕਿ ਭਾਈ ਇਸ ਏਰੀਏ 'ਚ ਮੈਂ ਰਹਿਣਾ, ਕਿ ਇਸ ਘਰ ਦੇ ਵਿੱਚ ਕਿੰਨੀ ਬਰਗਲਰੀਜ਼ ਹੋਈਆਂ, ਡੇਲਾਈਟ ਰੋਬਰੀਜ਼ ਕਿੰਨੀਆਂ ਹੋਈਆਂ, ਪਰਸ ਸਨੈਚਿਸ ਕਿੱਦਾਂ ਹੋਈਆਂ, ਕਿੰਨੇ ਰੇਪ ਹੋਏ ਆ, ਕਿ ਇਸ ਏਰੀਆ ਦੇ ਵਿੱਚ ਕੋਈ ਜਿਹੜਾ ਹਾਫਵੇ ਹਾਊਸ ਹੈ ਜਿਹਦੇ 'ਚ ਕ੍ਰਿਮੀਨਲ ਰਿਲੀਜ਼ ਕਿਤੇ ਕੀ ਤੁਹਾਡੇ ਘਰ ਦੇ ਕੋਲ ਹੈਗਾ। ਇਹਨਾਂ ਚੀਜ਼ਾਂ ਦਾ ਖਿਆਲ ਬਹੁਤ ਜ਼ਰੂਰੀ ਹੈ ਕਿਉਂਕਿ ਕੱਲ੍ਹ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਸੇਫਟੀ 'ਤੇ ਇਹਨਾਂ ਗੱਲਾਂ ਦਾ ਬੜਾ ਫਰਕ ਪਏਗਾ। ਪਹਿਲਾ crimespot.com 'ਤੇ ਤੁਸੀਂ ਖੁਦ ਜਾ ਸਕਦੇ ਹੈਗੇ ਹੋ। ਦੂਸਰੀ ਗੱਲ ਹੈ ਕਿ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਬੜੀ ਇੰਟਰਸਟਿੰਗ ਗੱਲ ਸੁਣਾਉਣਾ ਕਿ ਮੇਰੇ ਨਾਲ ਕੀ ਹੋਇਆ। ਇਹ ਗੱਲ 2008 ਦੀ ਹੈਗੀ ਆ। ਇੱਕ ਇਨਸਾਨ ਨੇ ਮੈਨੂੰ ਫੋਨ ਕੀਤਾ ਬਰੈਂਪਟਨ ਦੇ ਵਿੱਚੋਂ ਹੀ ਕਿ ਜੀ ਸਰ, ਮੇਰਾ ਇੱਕ ਟਾਊਨ ਹਾਊਸ ਹੈਗਾ ਅਤੇ ਮੈਨੂੰ ਸਵੇਰੇ ਪੈਸੇ ਚਾਹੀਦੇ ਆ। ਅਤੇ ਮੈਂ ਕਿਹਾ ਠੀਕ ਹੈ, ਲੈ ਮੈਂ ਤਾਂ ਸਵੇਰੇ ਕੈਲਗਰੀ ਜਾ ਰਿਹਾ, ਮੇਰੇ ਕੋਲ ਟਾਈਮ ਨਹੀਂ ਹੈਗਾ ਅਤੇ ਮੈਂ ਬੰਦੇ ਨੂੰ ਭੇਜ ਦਿੰਦਾ। ਉਹ ਬੰਦਾ ਕਹਿੰਦਾ ਘਰ ਤਾਂ ਠੀਕ ਹੈ ਜੀ। ਉਸ ਟਾਈਮ 'ਤੇ ਉਹ ਘਰ ਦੀ ਕੀਮਤ ਮੇਰੇ ਖਿਆਲ 2070 ਸੀ। ਮੈਨੂੰ ਕਹਿੰਦਾ 1,40,000 ਦੇ ਦਿਓ। ਅਤੇ ਮੈਂ ਕਿਹਾ ਚਲੋ ਠੀਕ ਹੈ। ਮੈਂ ਚਲਾ ਗਿਆ ਅਤੇ ਮੈਨੂੰ ਕੁਛ ਧਿਆਨ ਨਹੀਂ ਕੀਤਾ। ਉਹ ਮੈਂ ਘਰ ਲੈ ਕੇ ਵੇਚ ਦਿੱਤਾ। ਵੇਚਣ ਤੋਂ ਪਹਿਲਾਂ ਥੋੜ੍ਹੇ ਦਿਨ ਪਹਿਲਾਂ ਇੰਸਪੈਕਸ਼ਨ ਹੋਣੀ ਸੀ ਅਤੇ ਮੈਨੂੰ ਅਗਲੇ ਦਿਨ ਪੁਲਿਸ ਦਾ ਫੋਨ ਆ ਗਿਆ। ਇੱਕ ਪਾਸੇ ਪੁਲਿਸ ਦਾ ਫੋਨ ਹੈ ਅਤੇ ਦੂਜੇ ਪਾਸੇ ਫਾਇਰ ਡਿਪਾਰਟਮੈਂਟ ਦਾ ਕਿ ਭਾਈ ਤੇਰੇ ਜਿਹੜਾ ਬਰੈਂਪਟਨ ਜਿਹੜਾ ਘਰ ਹੈਗਾ ਉਹਨੂੰ ਘਰ ਨੂੰ ਅੱਗ ਲੱਗ ਗਈ ਆ। ਮੈਂ ਬੜਾ ਹੈਰਾਨ ਵੀ ਕੀ ਚੱਕਰ ਹੋ ਗਿਆ। ਕਹਿੰਦੇ ਜੀ ਤੁਸੀਂ ਇੱਥੇ ਹੁਣੇ ਸੀਨ 'ਤੇ ਪਹੁੰਚੋ। ਠੀਕ ਹੈ। ਉਹ ਮੈਂ ਜਦੋਂ ਜਾ ਰਿਹਾ ਸੀ ਅਤੇ ਉਹਨਾਂ ਦੇਖਿਆ ਕਿ ਪੁਲਿਸ ਵਾਲਿਆਂ ਨੇ ਨਾ ਉਹ ਏਰੀਏ ਨੂੰ ਬਲੋਕ ਕੀਤਾ ਹੋਇਆ ਸੀ। ਉਹ ਪੁਲਿਸ ਵਾਲੇ ਮੈਨੂੰ ਕਹਿੰਦਾ ਤੂੰ ਕਿੱਥੇ ਜਾ ਰਿਹਾ? ਮੈਂ ਕਿਹਾ ਜੀ ਉੱਧਰ। ਕਹਿੰਦਾ ਬੜੇ ਧਿਆਨ ਨਾਲ ਮੈਂ ਦੇਖਿਆ। ਮੈਂ ਕਿਹਾ ਕੀ ਗੱਲ ਹੈ ਤੈਨੂੰ? ਕਹਿੰਦਾ ਜਿਹੜਾ ਉਹ ਘਰ ਹੈ। ਮੈਂ ਹਾਂਜੀ। ਕਹਿੰਦਾ ਉਹ ਘਰ ਤੇਰਾ ਤਾਂ ਨਹੀਂ ਹੈਗਾ? ਮੈਂ ਕਿਹਾ ਜੀ ਮੈਂ ਹਫ਼ਤਾ ਪਹਿਲਾਂ ਲਿਆ।
ਉਹਨੇ ਸਿਰ 'ਤੇ ਹੱਥ ਮਾਰਿਆ। ਮੈਂ ਕਿਹਾ ਕੀ ਹੋ ਗਿਆ? ਕਹਿੰਦਾ ਜੀ ਇੱਕ ਗੱਲ ਸੁਣ ਲਓ, ਬਰੈਂਪਟਨ ਦੇ ਵਿੱਚ ਘਰ ਲੈਣ ਤੋਂ ਪਹਿਲਾਂ ਕਿਸੇ ਪੁਲਿਸ ਅਫਸਰ ਨੂੰ ਪੁੱਛ ਲਿਆ ਕਰੋ। ਇਹ ਘਰ ਕਿਸੇ ਡਰੱਗ ਡੀਲਰ ਦਾ ਸੀ ਅਤੇ ਇਸ ਦੇ ਉੱਤੇ ਕਾਫੀ ਅਸੀਂ ਇਸ ਘਰ ਦੇ ਵਿੱਚ ਕਾਫੀ ਆਉਂਦੇ ਜਾਂਦੇ ਰਹਿੰਦੇ ਹਾਂ, ਸਾਨੂੰ ਪਤਾ ਹੈਗਾ। ਤੁਸੀਂ ਚੰਗੀ ਗੱਲ ਹੈ ਕਿ ਤੁਸੀਂ ਘਰ ਵਿੱਚ ਨਹੀਂ ਹੈਗੇ ਸੀ, ਨਹੀਂ ਤਾਂ ਤੁਹਾਡਾ ਵੀ ਬਾਰਬੀਕਿਊ ਹੋ ਜਾਣਾ ਸੀ। ਹੁਣ ਇਹ ਛੋਟੀ ਜਿਹੀ ਗੱਲ ਹੈ ਕਿ ਜਿਸ ਆਮ ਇਨਸਾਨ ਨੂੰ ਨਹੀਂ ਪਤਾ ਇਸ ਚੀਜ਼ਾਂ ਦਾ, ਕਿ ਜੇ ਤੁਸੀਂ ਇੱਕ ਲੋਕਲ ਪੁਲਿਸ ਆਫਿਸਰ ਨੂੰ ਪੁੱਛ ਲੈਂਦੇ ਹੋ ਕਿ ਬਈ ਮੇਰੇ ਛੋਟੇ ਬੱਚੇ ਹੈਗੇ ਆ, ਮੈਂ ਸੇਫਟੀ ਚਾਹੁੰਦਾ ਹੈਗਾ, ਕਿ ਏਰੀਆ ਠੀਕ ਹੈਗਾ। ਹੁਣ ਇੱਕ ਪੁਲਿਸ ਆਫਿਸਰ ਸਾਰੇ ਕੈਨੇਡਾ ਦੇ ਵਿੱਚ ਜਿੱਥੇ ਮਰਜ਼ੀ ਹੋਵੇ, ਦੇ ਲਾਈਕ ਟੂ ਸਰਵ ਦਾ ਕਮਿਊਨਿਟੀ, ਉਹਨਾਂ ਦੇ ਕੋਲ ਕਾਫੀ ਇਨਫੋਰਮੇਸ਼ਨ ਹੁੰਦੀ ਆ। ਉਹੀ ਇਨਫੋਰਮੇਸ਼ਨ crimespot.org 'ਤੇ ਤੁਹਾਨੂੰ ਮਿਲ ਜਾਂਦੀ ਆ। ਇਹ ਇੱਕ ਵੈਰੀ ਬੇਸਿਕ ਗੱਲ ਹੈਗੀ ਹੈ। ਭਾਵੇਂ ਤੁਸੀਂ ਇਨਵੈਸਟਮੈਂਟ ਪ੍ਰਾਪਰਟੀ ਲੈ ਰਹੇ ਹੋ, ਕਿਉਂਕਿ ਤੁਹਾਡੇ ਟੈਨੈਂਟ ਵੀ ਉਸ ਤਰ੍ਹਾਂ ਦੇ ਨਿਕਲਣਗੇ। ਹੁਣ ਕਈ ਥਾਵਾਂ 'ਤੇ ਅਸੀਂ ਜਾਂਦੇ ਹਾਂ ਕਿ ਸਾਰੇ ਸਾਡੀ ਬਿਲਡਿੰਗਾਂ ਦੇ ਵਿੱਚ ਸਾਰੇ ਬੰਦੇ ਵੈਲਫੇਅਰ 'ਤੇ ਆ। ਇਹ ਨਹੀਂ ਕਿ ਵੈਲਫੇਅਰ ਦੇ ਬੰਦੇ ਮਾੜੇ ਹੈਗੇ ਆ, ਪਰ ਉਹਦੇ 'ਚ ਵੀਅਰ ਟੀਅਰ ਜ਼ਿਆਦਾ ਹੋ ਜਾਂਦੀ ਹੈਗੀ ਆ। ਇਹ ਤਾਂ ਇੱਕ ਪਹਿਲੀ ਗੱਲ ਹੈਗੀ ਆ। ਜਦੋਂ ਦੂਸਰੀ ਗੱਲ ਦੇਖਣੀ ਹੈ ਕਿ ਜਦੋਂ ਤੁਸੀਂ ਕੋਈ ਵੀ ਪ੍ਰਾਪਰਟੀ ਲੈਣੀ ਆ, ਹੁਣ ਮਾਰਕਮ ਦੇ ਵਿੱਚ ਕਈ ਏਰੀਆ ਹੈਗੇ ਕਿ ਤੁਸੀਂ ਇੱਕ ਬਲਾਕ ਦੇ ਵਿੱਚ ਇੱਕ ਘਰ ਸਪੋਜ਼ ਕਰੋ 1.5 ਮਿਲੀਅਨ ਦਾ ਹੈ, ਤਾਂ ਉਹੀ ਘਰ ਉਹਦੇ ਨਾਲ ਦੇ ਬਲਾਕ 'ਚ 2 ਮਿਲੀਅਨ ਦਾ ਵਿਕ ਰਿਹਾ। ਉਹ 5 ਲੱਖ ਦਾ ਫ਼ਰਕ ਕਿਉਂ ਹੈ? ਨੰਬਰ ਇੱਕੋ ਗੱਲ ਹੈਗੀ ਹੈ ਕਿ ਸਕੂਲਿੰਗ ਦੀ ਰੇਟਿੰਗ ਬੜੀ ਵਧੀਆ ਉਸ ਏਰੀਏ ਦੀ। ਹੁਣ ਜਦੋਂ ਵੀ ਆਪਾਂ ਕੋਈ ਵੀ ਘਰ ਲੈਂਦੇ ਹਾਂ, ਉਹਦੇ ਵਿੱਚ ਸਕੂਲ ਦੀ ਰੇਟਿੰਗ ਦੇਖਣੀ ਬਹੁਤ ਜ਼ਰੂਰੀ ਹੈ। ਭਾਵੇਂ ਤੁਸੀਂ ਸਾਰੇ ਮਰਜ਼ੀ ਕੈਨੇਡਾ 'ਚ ਹੋਵੋ, ਕਿਉਂਕਿ ਕੱਲ੍ਹ ਤੁਹਾਡੇ ਬੱਚਿਆਂ ਦਾ ਭਵਿੱਖ ਹੈਗਾ। ਕਿਉਂਕਿ ਜਦੋਂ ਤੱਕ ਤੁਸੀਂ ਇਸ ਸਕੂਲ ਦੀ ਰੇਟਿੰਗ ਨਹੀਂ ਦੇਖਦੇ, ਉਦੋਂ ਤੱਕ ਤੁਹਾਨੂੰ ਲੱਗੇਗਾ ਨਹੀਂ ਸ਼ਾਇਦ ਮੈਂ ਇਹ ਗਲਤੀ ਕਰ ਲਈ ਹੈ। ਉਸ ਤੋਂ ਇਲਾਵਾ ਜਿਹੜੇ 2-3 ਗੱਲਾਂ ਹੋਰ ਹੈਗੀਆਂ, ਮੈਂ ਤੁਹਾਨੂੰ ਇੱਕ ਸਿੰਪਲ ਜਿਹੀ ਐਗਜ਼ਾਮਪਲ ਦੇਣਾ ਚਾਹਾਂਗਾ। ਮੈਂ ਇਹ ਗੱਲ 2-3 ਵਾਰੀ ਰਿਪੀਟ ਵੀ ਕਰਾਂਗਾ ਕਿ ਇਨਸਾਨ 2 ਤਰ੍ਹਾਂ ਕੰਮ ਸਿੱਖਦਾ, ਇੱਕ ਤਾਂ ਗਲਤੀਆਂ ਕਰਕੇ ਅਤੇ ਜਾਂ ਕਿਸੇ ਤੋਂ ਸਿੱਖ ਕੇ। ਗਲਤੀਆਂ ਕਰਕੇ ਬੜਾ ਮਹਿੰਗਾ ਪੈ ਜਾਂਦਾ ਜੀ। ਹੁਣ ਜਦੋਂ ਇਹ ਬਹੁਤ ਸਾਰੇ ਲੋਕ ਘਰ ਲੈ ਲੈਂਦੇ ਨੇ ਬਗੈਰ ਪੁੱਛਿਆ ਨਾ ਜਾਂ ਬਗੈਰ ਕੀਤੇ। ਹੁਣ ਮੈਂ ਤੁਹਾਨੂੰ ਇੱਕ ਹੋਰ ਛੋਟੀ ਜਿਹੀ ਗੱਲ ਸੁਣਾਉਣਾ। ਇਹ 2-3 ਮਹੀਨੇ ਦੀ ਗੱਲ ਹੈ। ਇੱਕ ਇਨਸਾਨ ਆਪਣੇ ਵੈਲੈਂਡ ਦੇ ਵਿੱਚ ਪ੍ਰਾਪਰਟੀ ਆਈ। ਉਹ ਬੰਦਾ ਆਪ ਫਾਇਰਮੈਨ ਆ, ਔਰ ਫਾਇਰਮੈਨ ਰਿਟਾਇਰ ਹੋ ਗਿਆ, 20 ਸਾਲ ਤੋਂ ਕਾਂਟਰੈਕਟਰ ਹੈਗਾ। ਅਤੇ ਉਹਨੇ ਮੈਨੂੰ ਫ਼ੋਨ ਕੀਤਾ ਕਿ ਮੈਂ ਕੀ ਕਰਨਾ। ਮੈਂ ਕਿਹਾ ਨਹੀਂ, ਜਦੋਂ ਵੀ ਘਰ ਕੋਈ ਲੈਣਾ ਨਾ ਤਾਂ ਉਹਦੀ 2 ਵਾਰੀ ਇੰਸਪੈਕਸ਼ਨਾਂ ਕਰਾਉਣੀਆਂ। ਕਹਿੰਦਾ 2 ਵਾਰੀ ਯਾਰ $1000 ਮੇਰਾ ਵੱਧ ਲੱਗ ਜਾਏਗਾ। ਮੈਂ ਕਿਹਾ 1000 ਨਾਲ ਤਾਂ ਪੀਸ ਆਫ ਮਾਈਂਡ ਮਿਲ ਜਾਏਗਾ। ਕਹਿੰਦਾ ਨਹੀਂ। ਉਸਨੇ ਕਰ ਲਿਆ। ਉਹ ਜਿਹੜਾ ਘਰ ਉਹਦੀ ਬੇਸਮੈਂਟ ਸੀ, ਜਿਹੜੇ ਜੋਇਸਟ ਹੈਗੇ ਸੀ ਥੱਲੇ ਜਿੱਥੇ ਸਾਰਾ ਘਰ ਖੜੋਂਦਾ, ਉਹ ਗੱਲੇ ਹੋਏ ਸੀ। ਅੱਛਾ। 4.5 ਲੱਖ ਦਾ ਕਰ ਲਿਆ, ਮਾਰਕੀਟ ਮੜ ਕੇ ਬੈਠ ਗਈ। ਉਸ ਤੋਂ ਇਲਾਵਾ ਇੱਕ ਉਹਨੇ ਹੋਰ ਵੱਡੀ ਗਲਤੀ ਕੀਤੀ, ਉਸ ਨੂੰ ਕਹਿੰਦੇ ਨੇ ਕ੍ਰਾਸ ਕੋਲੈਟਰਲ। ਖੈਰ ਮੈਂ ਉਸ ਬਾਰੇ ਹੁਣ ਬਾਅਦ 'ਚ ਗੱਲ ਕਰਾਂਗਾ। ਉਹ ਜਦੋਂ ਕਰ ਲਿਆ ਅਤੇ ਘਰ ਜਾ ਕੇ ਜਦੋਂ ਉਹਨੇ ਦੇਖਿਆ ਕਿ ਮੈਂ ਮਾੜਾ ਮੋਟਾ ਠੀਕ ਕਰਾਂ, ਅਤੇ ਦੇਖਿਆ ਤਾਂ ਜੋਇਸ ਤਾਂ ਸਾਰੇ ਗੱਲੇ ਹੋਇਆ, ਉਹ ਤਾਂ ਘਰ ਤਾਂ ਡਿੱਗ ਸਕਦਾ। ਹੁਣ ਉਹ ਘਰ ਜਿਹੜਾ 4.5 ਲੱਖ ਦਾ ਸੀ, ਪਹਿਲੀ ਵਾਰ ਨਹੀਂ ਸੀ ਪਤਾ ਲੱਗਿਆ? ਪਹਿਲੀ ਵਾਰ ਨਹੀਂ ਪਤਾ ਲੱਗਿਆ। ਅੱਛਾ। ਉਹਨੇ ਇੰਸਪੈਕਸ਼ਨ ਕਰਾਈ ਨਹੀਂ, ਖੁਸ਼ ਕਿ ਮੈਂ ਆਪ ਹੀ ਹੈਗਾ, ਮੈਨੂੰ ਕੀ ਲੋੜ ਪਈ ਆ। ਹੁਣ ਮੈਂ ਇਸ ਗੱਲ ਨੂੰ ਕਦੇ ਵੀ ਨਹੀਂ ਕਹਿੰਦਾ ਕਿ ਨਹੀਂ ਇੰਸਪੈਕਸ਼ਨ 2 ਵਾਰੀ ਕਰਾਓ। 2 ਓਪੀਨੀਅਨਸ ਆਰ ਬੈਟਰ ਦੈਨ 1। ਕਿ $1000 ਲੱਗ ਜਾਏਗਾ, 2000 ਲੱਗ ਜਾਏਗਾ, ਕੋਈ ਗੱਲ ਨਹੀਂ ਹੈਗੀ। ਇੰਨੀ ਵੱਡੀ ਇਨਵੈਸਟਮੈਂਟ ਕਰ ਰਹੇ ਹੋ ਤੁਸੀਂ। ਉਸ ਵਿਚਾਰੇ ਦਾ ਬੰਦੇ ਦਾ ਨਾ ਹੱਲ ਹੋਇਆ ਕਿ ਉਹਦਾ ਆਪਣਾ ਘਰ ਵੀ ਪ੍ਰੋਬਲਮ 'ਚ ਆ ਗਿਆ। 1.4 ਮਿਲੀਅਨ ਦਾ ਘਰ ਸੀ, ਉਹ ਪ੍ਰਾਪਰਟੀ ਵੀ ਹੱਲ ਗਈ। ਉਸ ਨੂੰ ਕਰਾ ਕੇ 4.5 ਲੱਖ ਦਾ ਘਾਟਾ ਪਿਆ। ਕਿਸ ਗੱਲ ਗਲਤੀ ਕਰਕੇ ਕਿ ਮੈਂ ਇੱਕ ਇੰਸਪੈਕਸ਼ਨ ਨਹੀਂ ਕਰਾਈ। ਔਰ ਉਹ ਬੰਦਾ ਪੜ੍ਹਿਆ ਲਿਖਿਆ ਕੈਨੇਡੀਅਨ ਹੈਗਾ, ਉਹ ਇਹਨਾਂ ਗੱਲਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ। ਹੁਣ ਮੈਂ ਨੈਕਸਟ ਗੱਲ ਕਰਨ ਲੱਗਾ। ਨੈਕਸਟ ਗੱਲ 'ਤੇ ਜਾਣ ਤੋਂ ਪਹਿਲਾਂ ਜਿਹੜੀ ਇਹ ਤੁਸੀਂ ਸਾਈਟ ਦੱਸੀ, ਉਹਦੇ ਕੀ ਸਪੈਲ ਕਰਦੇ ਨੇ? ਕਿ crimespot.com। crimespot? ਹਾਂਜੀ, SPOT। ਹਾਂਜੀ, crimespot.com ਜੀ। ਤਾਂ ਜੀ ਤੁਸੀਂ ਕਈ ਗੱਲਾਂ ਦੱਸੀਆਂ ਨੇ, ਮੇਰੇ ਕੋਲ ਕੁਛ ਮੈਸੇजेस ਆਏ ਨੇ। ਪਹਿਲਾਂ ਤਾਂ ਥੋੜ੍ਹਾ ਜਿਹਾ ਕਲੀਅਰ ਕਰ ਲਈਏ, ਇਹ ਸਾਈਟ ਹੈਗੀ ਹੈ spotcrime.com। spotcrime ਹਾਂਜੀ। ਓਕੇ, ਇਹ ਕ੍ਰਾਈਮ ਸਪੌਟ ਨਹੀਂ ਹੈ, ਕ੍ਰਾਈਮ ਸਟਾਪ ਨਹੀਂ ਹੈ, ਸਪੌਟ ਕ੍ਰਾਈਮ ਜੀ। ਉਹ ਜਾਂ ਲੋਕਲ ਪੁਲਿਸ ਨੂੰ ਪਤਾ ਕਰ ਸਕਦੇ। ਹਾਂਜੀ। ਅਤੇ ਇੱਕ ਹੈਗਾ ਸਵਾਲ ਕਿ ਜਿਹੜੀਆਂ ਇਹ ਸਕੂਲਾਂ ਦੀ ਰੇਟਿੰਗ, ਇਹ ਕਿੱਥੋਂ ਪਤਾ ਲੱਗਦੀ ਹੈ? ਇਹ realtor.ca ਦੇ ਉੱਤੇ ਵੀ ਹੈਗੇ। ਇਹ ਪਬਲਿਕ ਇਨਫੋਰਮੇਸ਼ਨ ਹੈਗੀ ਆ। ਅਦਰਵਾਈਜ਼ ਉਹਦੀਆਂ 5-6 ਡਿਫਰੈਂਟ ਸਾਈਟਸ ਹੈਗੀਆਂ, ਤੁਸੀਂ ਉਹਦਾ ਪਤਾ ਕਰ ਸਕਦੇ ਹੋ, ਗੂਗਲ ਕਰ ਲੈਣਾ। ਅਤੇ ਖੈਰ ਹੁਣ ਤੁਸੀਂ ਅੱਗੇ ਗੱਲ ਕਰ ਰਹੇ ਸੀ, ਤੁਸੀਂ ਦੋ ਚੀਜ਼ਾਂ ਦੱਸੀਆਂ ਸੀ, ਕ੍ਰਾਈਮ ਰੇਟ, ਇੱਕ ਸਕੂਲਿੰਗ ਦੀ ਰੇਟਿੰਗ ਜੀ, ਅਤੇ ਤੀਸਰਾ ਇੱਕ ਬੜੀ ਮਾੜੀ ਜਿਹੀ ਗੱਲ ਹੋਈ ਹੁਣ ਪਿਛਲੇ ਸ਼ੁੱਕਰਵਾਰ ਨੂੰ। ਇੱਕ ਪਰਿਵਾਰ ਨੂੰ ਘਰੋਂ ਬਾਹਰ ਕੱਢਿਆ ਗਿਆ। ਇਹ ਗੱਲ ਬਰੈਂਪਟਨ ਦੀ ਆ। ਹੁਣ ਕੀ ਗੱਲ ਹੋਈ ਹੈ ਕਿ ਇਸ 2 ਗੱਲਾਂ ਅਸੀਂ ਬਹੁਤ ਸਾਰੇ ਲੋਕ ਧਿਆਨ ਨਹੀਂ ਕਰਦੇ। ਇੱਕ ਤਾਂ ਉਹਨੂੰ ਕਹਿ ਸਕਦੇ ਨੇ ਅੰਗਰੇਜ਼ੀ ਵਿੱਚ ਐਸੈਟ ਪ੍ਰੋਟੈਕਸ਼ਨ, ਕਿ ਜਿਹੜੇ ਤੁਹਾਡੇ ਐਸੈਟ ਆ ਉਹ ਪ੍ਰੋਟੈਕਟ ਕਿਸ ਤਰ੍ਹਾਂ ਕੀਤੇ ਆ। ਆਪਣੇ ਪਰਸਨਲ ਰੈਜ਼ੀਡੈਂਸ ਅਲੱਗ ਹੁੰਦਾ, ਇਨਵੈਸਟਮੈਂਟ ਅਲੱਗ ਹੁੰਦੀ ਆ।
ਹੁਣ ਬਹੁਤ ਸਾਰੇ ਲੋਕ ਆਪਣੇ CPA ਦੇ ਕੋਲ ਜਾਂ ਵਕੀਲ ਦੇ ਕੋਲ ਇੰਨੀ ਸਲਾਹ ਨਹੀਂ ਕਰ ਸਕਦੇ ਜਾਂ ਕਿਸੇ ਐਕਸਪਰਟ ਕੋਲ ਜਾ ਕੇ ਇਹ ਸਲਾਹ ਨਹੀਂ ਲੈਂਦੇ ਕਿ ਮੈਂ ਕੀ ਕਰਨਾ। ਹੁਣ ਇਹ ਇੱਕ ਹਾਦਸਾ ਹੋਇਆ ਕਿ ਇੱਕ ਇਨਸਾਨ ਜਿਹਨੇ ਕੈਨੇਡਾ ਦੇ ਵਿੱਚ 40 ਸਾਲ ਕੰਮ ਕੀਤਾ ਸੀ, ਉਹਨੇ ਪਹਿਲਾ ਘਰ 2 ਲੱਖ ਦਾ ਲਿਆ ਸੀ, ਦੂਜਾ ਘਰ ਲਿਆ ਸੀ, ਉਹ ਆਲਮੋਸਟ ਪੇ ਆਫ ਹੋ ਗਿਆ ਸੀ, ਇੱਕ ਤੀਜਾ ਘਰ ਲਿਆ, ਚੌਥਾ ਘਰ ਲਿਆ, ਕਿ ਬੇਟੀ ਨੂੰ ਘਰ ਲੈ ਕੇ ਦਿੱਤਾ। ਹੁਣ ਕੀ ਹੋਇਆ ਕਿ ਉਸਨੇ ਇਸ ਨੂੰ ਕਹਿੰਦੇ ਨੇ ਲੈਵਰੇਜ, ਕਿਸੇ ਦੇ ਕਹੇ 'ਤੇ ਉਹਨੇ ਆਪਣੇ ਹੀ ਲੋਕ ਲੈ ਲਈ, ਲਾਈਨ ਆਫ ਕ੍ਰੈਡਿਟ ਲੈ ਕੇ ਦੂਸਰਾ ਘਰ ਲਿਆ। ਹੁਣ ਕੀ ਹੋਇਆ ਕਿ ਉਹ ਵਿਚਾਰੇ ਇਨਸਾਨ ਨੂੰ ਕੈਂਸਰ ਹੋ ਗਈ, 2 ਸਾਲ ਵਾਸਤੇ ਉਹ ਕੰਮ ਨਹੀਂ ਕਰ ਸਕਿਆ। ਖੈਰ ਉਹਦੇ 'ਚ ਪੈਸੇ ਉਸਨੂੰ ਮਿਲਦੇ ਰਹੇ, ਪਰ ਉਸਨੇ ਆਪਣੇ ਜਿਹੜਾ ਪੈਸੇ ਸੀ ਉਹ ਪ੍ਰੋਪਰ ਮੈਨੇਜ ਨਹੀਂ ਕਰ ਸਕਿਆ, ਕਿਉਂਕਿ ਉਹ ਸਾਰੇ ਪ੍ਰਾਪਰਟੀਆਂ ਇੱਕ ਦੂਜੇ ਨਾਲ ਕ੍ਰਾਸ ਕੋਲੈਟਰਲ ਸੀ। ਹੁਣ ਕੀ ਹੋਇਆ ਕਿ ਉਹਨੇ ਇੱਕ ਡਿਫਾਲਟ ਕੀਤਾ। ਜਦੋਂ ਡਿਫਾਲਟ ਕੀਤਾ, ਪਹਿਲੀ ਪ੍ਰਾਪਰਟੀ ਪਾਵਰ ਸੇਲ 'ਤੇ ਗਈ, ਦੂਸਰੀ ਗਈ, ਤੀਸਰੀ ਗਈ, ਜਦੋਂ ਚੌਥੀ ਆਈ ਤਾਂ ਫਿਰ ਮੈਨੂੰ ਮਿਲਣ ਆਇਆ ਕਿ ਨਹੀਂ ਮੇਰੇ ਕੋਈ ਹੈਲਪ ਕਰ। ਅਤੇ ਫਿਰ ਮੈਂ ਕਿਹਾ ਦੇਖ ਲੈਂਦੇ ਅਸੀਂ ਤੇਰੀ ਕਿਸ ਤਰ੍ਹਾਂ ਹੈਲਪ ਕਰ ਸਕਦੇ ਹਾਂ। ਜਦੋਂ ਅਸੀਂ ਉਹਦੀ ਪੂਰੀ ਛਾਣਬੀਣ ਕੀਤੀ ਅਤੇ ਮੈਂ ਦੇਖਿਆ ਤੇ ਸਾਰੀਆਂ ਪ੍ਰਾਪਰਟੀਆਂ ਕ੍ਰਾਸ ਕੋਲੈਟਰਲ ਹੈ। ਹੁਣ ਸਭ ਨੂੰ ਵੱਡਾ 2 ਦੇ ਉੱਤੇ ਹਾਦਸੇ ਹੋਣਗੇ। ਇੱਕ ਤਾਂ ਉਹ ਵਿਚਾਰਾ ਘਰੋਂ ਬਾਹਰ ਹੋ ਜਾਏਗਾ ਅਤੇ ਉਹ ਬਗੈਰ ਜ਼ੀਰੋ ਤੋਂ ਸ਼ੁਰੂ ਕਰੇਗਾ। ਦੂਸਰਾ ਜਿਹੜਾ ਉਹਦੇ 'ਤੇ ਵੱਡਾ ਹਾਦਸਾ ਹੋਣਾ ਹਲੇ, ਜਿਹੜਾ ਉਸਨੂੰ ਨਹੀਂ ਪਤਾ, ਉਹ ਹੈਗਾ ਕਿ ਜਿਹੜੀ ਇੱਕ ਪ੍ਰਾਪਰਟੀ ਨੇ 2 ਲੱਖ ਦੀ ਲਈ ਸੀ, ਬੈਂਕ ਨੇ 10 ਲੱਖ ਦੀ ਵੇਚ ਦਿੱਤੀ ਆ। ਹੁਣ ਜਿਹੜਾ ਟੈਕਸਮੈਨ ਹੈ, ਉਹ ਟੈਕਸਮੈਨ ਨੇ ਕਹਿਣਾ ਭਾਈ ਤੂੰ 2 ਲੱਖ ਦੀ ਲਈ ਸੀ, 10 ਲੱਖ ਦੀ ਵੇਚੀ ਆ, 8 ਲੱਖ ਤੈਨੂੰ ਮੁਨਾਫਾ ਹੋਇਆ, ਮੈਨੂੰ 8 ਲੱਖ 'ਤੇ ਮੈਨੂੰ ਕੈਪੀਟਲ ਗੇਨ ਚਾਹੀਦਾ। ਹੁਣ ਉਹਨੂੰ 4 ਲੱਖ ਦਾ ਮੁਨਾਫਾ ਕਾਗਜ਼ਾਂ ਦੇ ਵਿੱਚ ਹੋਇਆ, ਅਸਲੀਅਤ ਦੇ ਵਿੱਚ ਉਹਦੇ ਕੋਲ ਕੱਖ ਨਹੀਂ ਹੈਗਾ। ਹੁਣ ਉਸ ਦਾ $1 ਮਿਲੀਅਨ ਟੈਕਸਿਸ ਵੀ ਦੇਣੇ ਆ ਵਿਚਾਰੇ ਨੇ। ਇੱਕ ਤਾਂ ਘਰੋਂ ਇਹ ਕਰ ਹੋ ਗਿਆ। ਹੁਣ ਇਹ ਜਿਹੜੀ ਗਲਤੀਆਂ ਹੈਗੀਆਂ, ਇਹ ਸਿੰਪਲ 2-3 ਕ੍ਰਾਸ ਕੋਲੈਟਰਲ ਕਿਵੇਂ ਹੁੰਦਾ, ਥੋੜਾ ਐਕਸਪਲੇਨ ਕਰੋਗੇ? ਜੀ, ਕ੍ਰਾਸ ਕੋਲੈਟਰਲ ਦਾ ਮਤਲਬ ਹੁੰਦਾ ਕਿ ਤੁਸੀਂ ਇੱਕ ਪ੍ਰਾਪਰਟੀ ਲਈ ਹੈ, ਮੈਂ ਤੁਹਾਡਾ ਘਰ ਵੀ ਅਤੇ ਦੂਸਰਾ ਘਰ ਵੀ ਉਹਨੂੰ ਜ਼ਮਾਨਤ ਦੇ ਨਾਲ ਰੱਖਾਂਗਾ, ਮੈਂ ਉਹ ਤੁਹਾਡੇ ਘਰ ਦੀ ਸਿਕਿਉਰਿਟੀ ਰੱਖਾਂਗਾ। ਜਦੋਂ ਅਸੀਂ ਉਹਦੇ 'ਚ ਲਿਖਿਆ ਜਾਂਦਾ? ਹਾਂਜੀ, ਇਹਨੂੰ ਕ੍ਰਾਸ ਕੋਲੈਟਰਲ ਕਿਹਾ ਜਾਂਦਾ ਹੈ, ਜਾਂ ਬਲੈਂਕਟ ਮੌਰਗੇਜ ਵੀ ਕਿਹਾ ਜਾਂਦਾ ਹੈਗਾ। ਕਿ ਮੈਂ ਤੁਹਾਡੀ ਇਸ ਪ੍ਰਾਪਰਟੀ 'ਤੇ ਵੀ ਮੌਰਗੇਜ ਲਗਾਊਂਗਾ, ਇੱਥੇ ਵੀ ਲਾਊਂਗਾ, ਇੱਥੇ ਵੀ ਲਾਵਾਂਗਾ। ਸਭ ਪ੍ਰਾਪਰਟੀ 'ਤੇ ਮੈਂ ਮਿਲਾਵਾਂਗਾ ਕਿਉਂਕਿ ਤੁਸੀਂ ਲੈਵਰੇਜ ਕਰ ਰਹੇ ਹੈਗੇ ਹੋ। ਅਤੇ ਜਦੋਂ ਵੀ ਕੋਈ ਲੈਂਡਰ ਹੁੰਦਾ, ਲੈਂਡਰ ਨੂੰ ਸਭ ਨੂੰ ਪਹਿਲੀ ਹੁੰਦੀ ਹੈ ਕਿ ਮੇਰੀ ਸਿਕਿਉਰਿਟੀ ਤਰ੍ਹਾਂ ਆਪਣਾ ਪ੍ਰਿੰਸੀਪਲ ਰੈਜ਼ੀਡੈਂਸ ਹੋਵੇ, ਅਤੇ ਲੈਂਡਰ ਬੜਾ ਖੁਸ਼ ਹੁੰਦਾ ਕਿ ਨਹੀਂ ਪਹਿਲਾਂ ਆਪਣਾ ਘਰ ਤਾਂ ਨਹੀਂ ਬੰਦਾ ਗਵਾਏਗਾ ਨਾ। ਲੈਂਡਰ ਦੀ ਹਮੇਸ਼ਾ ਹੀ ਸੇਫਟੀ ਹੁੰਦੀ ਹੈ। ਹੁਣ ਇਹ ਛੋਟਾ ਜਿਹੇ ਹਾਦਸੇ ਨੂੰ ਬਚਾਉਣ ਵਾਸਤੇ ਇਹਦੇ ਹੁਣ 2-3 ਰੀਜ਼ਨ ਹੋ ਸਕਦੇ ਆ। ਹੁਣ ਥੋੜ੍ਹੀ ਜਿਹੀ ਮੈਂ ਲੈਂਗੁਏਜ ਥੋੜ੍ਹੀ ਜਿਹੀ ਚੇਂਜ ਕਰਾਂਗਾ। ਮੈਂ ਮਾਫੀ ਮੰਗਾਂਗਾ ਆਪਣੇ ਬਹੁਤ ਸਾਰੇ ਸੁਣਨ ਵਾਲਿਆਂ ਤੋਂ, ਸ਼ਾਇਦ ਇਸ ਚੀਜ਼ ਦਾ ਨਾ ਪਤਾ ਹੋਵੇ। ਕੀ ਤੁਸੀਂ ਆਪਣਾ ਟਰੱਸਟ ਬਣਾਇਆ ਹੋਇਆ? ਕੀ ਤੁਸੀਂ ਐਸੈਟ ਪ੍ਰੋਟੈਕਸ਼ਨ ਵਾਸਤੇ ਪਲਾਨ ਕੀਤਾ ਹੋਇਆ? ਜੇ ਤੁਸੀਂ ਨਹੀਂ ਕੀਤਾ, ਕੀ ਤੁਸੀਂ ਸਾਰੀਆਂ ਪ੍ਰਾਪਰਟੀਆਂ ਆਪਣੇ ਨਾਂ 'ਤੇ ਲੈ ਰਹੇ ਹੋ? ਸਿਰਫ ਆਪਣੇ ਪ੍ਰਿੰਸੀਪਲ ਰੈਜ਼ੀਡੈਂਸ ਆਪਣੇ ਨਾਂ ਤੋਂ ਲਵੋ। ਜਿਹੜੇ ਬਾਕੀ ਪ੍ਰਾਪਰਟੀਆਂ ਹੈਗੀਆਂ ਉਹਨਾਂ ਵਾਸਤੇ ਤੁਸੀਂ ਆਪਣੇ ਵਕੀਲ ਦੇ ਨਾਲ ਆਪਣੇ ਅਕਾਊਂਟੈਂਟ ਨਾਲ ਗੱਲ ਕਰਕੇ ਇੱਕ ਟਰੱਸਟ ਬਣਾਓ ਜਾਂ ਕਾਰਪੋਰੇਸ਼ਨ ਬਣਾਓ। ਹੁਣ ਇਹਨਾਂ ਚੀਜ਼ਾਂ ਵਾਸਤੇ ਤੁਹਾਨੂੰ ਐਕਸਪਰਟ ਦੀ ਲੋੜ ਹੈਗੀ ਆ, ਅਦਰਵਾਈਜ਼ ਤੁਸੀਂ ਸਾਰਾ ਕੁਝ ਜਿਹੜੀਆਂ ਇਨਵੈਸਟਮੈਂਟ ਪ੍ਰਾਪਰਟੀਜ਼ ਨੇ ਉਹ ਆਪਣੇ ਨਾਂ 'ਤੇ ਨਹੀਂ ਲੈਣੀਆਂ ਚਾਹੀਦੀਆਂ? ਕਦੇ ਵੀ ਨਹੀਂ ਲੈਣੀਆਂ ਚਾਹੀਦੀਆਂ, ਕਿਉਂਕਿ ਇਹ ਟੈਕਸ ਬੈਨੀਫਿਟ ਨਹੀਂ ਹੈਗੇ। ਔਰ ਤੁਹਾਨੂੰ ਇੱਕ ਮੈਂ ਛੋਟੀ ਜਿਹੀ ਗੱਲ ਪਹਿਲਾਂ ਸ਼ੁਰੂ ਕੀਤੀ ਸੀ ਕਿ ਕੈਨੇਡਾ ਦੇ ਵਿੱਚ ਕੋਈ ਵੀ ਇਨਸਾਨ ਜਦੋਂ ਪੈਸੇ ਕਮਾਉਂਦਾ, ਉਹਦੇ ਵਿੱਚੋਂ 30 to 50% ਤਾਂ ਟੈਕਸਮੈਨ ਲੈ ਜਾਂਦਾ। ਦੂਸਰੀ ਗੱਲ ਹੈ ਬਾਕੀ ਅੱਧਾ ਟੈਕਸਾਂ 'ਚ ਗਿਆ, ਅੱਧਾ ਮੌਰਗੇਜ 'ਚ ਗਿਆ, ਬਾਕੀ ਤਾਂ ਕੁਛ ਨਹੀਂ ਰਿਹਾ। ਹੁਣ ਇਹਦੇ ਵਿੱਚ ਬੜੀਆਂ 2 ਬਹੁਤ ਵਧੀਆ ਗੱਲਾਂ। ਜਿਹੜੇ ਬੰਦੇ ਸਿਆਣੇ ਹੈਗੇ ਆ, ਜਿਨ੍ਹਾਂ ਨੂੰ ਇਹਨਾਂ ਥੋੜ੍ਹੀ ਸਮਝ ਆ, ਉਹਨਾਂ ਨੂੰ ਇਹ ਪਤਾ ਕਿ ਨਹੀਂ ਮੈਂ ਆਪਣੀ ਸਾਰੀ ਇਨਕਮ ਦਾ 12% ਤੋਂ ਵੱਧ ਟੈਕਸ ਨਹੀਂ ਦੇਣਾ। ਕਿੰਨਾ ਫਰਕ ਪੈ ਗਿਆ? ਕਿਤੇ ਤੁਸੀਂ 30 ਤੋਂ 50% ਦੇ ਰਹੇ ਹੋ, ਕਿੱਥੇ 12% ਦੇ ਰਿਹਾ। ਔਰ ਉਸ ਤੋਂ ਇਲਾਵਾ ਉਹਦੇ ਵਿੱਚ ਥੋੜ੍ਹੀ ਜਿਹੀ ਟੈਕਸ ਪਲੈਨਿੰਗ ਕਰਕੇ ਉਹ ਆਪਣੇ ਟੈਕਸ ਫਰੀ ਡਿਵੀਡੈਂਡ ਵੀ ਕਰ ਲੈਂਦੇ ਨੇ। ਪਰ ਇਹ ਗੱਲਾਂ ਵਾਸਤੇ ਕਿਸੇ ਤੁਹਾਨੂੰ ਸਿਆਣੇ CPA ਦੇ ਕੋਲ ਬੈਠ ਕੇ ਗੱਲ ਕਰਨੀ, ਪਰ ਐਕਸਪਰਟ ਤੁਹਾਨੂੰ ਸਮਝਾ ਸਕਦਾ ਕਿ ਤੂੰ ਇਸ ਤਰ੍ਹਾਂ ਇਸ ਚੀਜ਼ ਦਾ ਇਨਫਰਾਸਟਰਕਚਰ ਬਣਾਉਣਾ ਹੈਗਾ। ਹੁਣ ਇਹ ਗੱਲਾਂ ਦਾ ਮਤਲਬ ਤਾਂ ਇਹ ਸੀ ਕਿ ਜਦੋਂ ਤੁਸੀਂ ਇੱਕ ਛੋਟੀ ਜਿਹੀ ਗਲਤੀ ਕਰਦੇ ਹੋ, ਪ੍ਰਾਪਰਟੀਆਂ ਤੁਸੀਂ ਲਈ ਜਾਂਦੇ ਆਪਣੇ ਨਾਂ 'ਤੇ, ਇਹ ਇੱਕ ਅੱਛੀ ਸਟ੍ਰੈਟਜੀ ਨਹੀਂ ਹੈ। ਤੁਸੀਂ ਆਪਣੇ CPA ਦੇ ਨਾਲ, CR ਦੇ ਨਾਲ ਬਹੁਤ ਚੰਗੀ ਤਰ੍ਹਾਂ ਗੱਲ ਕਰੋ। ਦੂਸਰੀ ਗੱਲ, ਹੁਣ ਮੈਂ ਛੋਟੀ ਜਿਹੀ ਗੱਲ ਕਰਾਂਗਾ, ਇਹ ਬੜੀਆਂ 2 ਚੁੱਭਣ ਵਾਲੀਆਂ ਗੱਲਾਂ ਹੈਗੀਆਂ, ਪਰ ਬੜਾ ਵੱਡਾ ਸੱਚ ਹੈ। ਜੇ ਤੁਸੀਂ ਇਹ 2 ਗੱਲਾਂ ਪੱਲੇ ਬੰਨ੍ਹ ਲਓਗੇ ਤਾਂ ਕੈਨੇਡਾ ਦੇ ਵਿੱਚ ਤੁਹਾਡੇ ਵਰਗਾ ਤੋਂ ਵਧੀਆ ਅਮੀਰ ਬੰਦਾ ਕੋਈ ਹੋ ਹੀ ਨਹੀਂ ਸਕਦਾ। ਸਭ ਨੂੰ ਵੱਡੀ ਕਿ ਜਦੋਂ ਤੁਸੀਂ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਕਿੰਨਾ ਪੈਸਾ ਕਮਾ ਰਹੇ ਹੋ, ਤੁਸੀਂ 2 ਲੱਖ ਕਮਾ ਰਹੇ ਹੋ, 4 ਲੱਖ ਕਮਾ ਰਹੇ ਹੋ, 10 ਲੱਖ ਕਮਾ ਰਹੇ ਹੋ। ਕੀ ਤੁਸੀਂ ਆਪਣੇ ਟੈਕਸ ਵਾਸਤੇ ਕੀ ਕਰ ਰਹੇ ਹੋ? ਦੂਜੀ ਗੱਲ ਹੈ ਜਿਹੜਾ ਤੁਹਾਡਾ ਪ੍ਰਿੰਸੀਪਲ ਰੈਜ਼ੀਡੈਂਸ ਹੈਗਾ, ਜਿਸ ਘਰ ਤੁਸੀਂ ਰਹਿੰਦੇ ਹੋ, ਉਸ ਨੂੰ ਪੇ ਆਫ ਕਿੰਨੀ ਜਲਦੀ ਕਰ ਰਹੇ ਹੋ? ਨਵਤਾਜ ਜੀ, ਤੁਸੀਂ ਗੱਲ ਕਰ ਰਹੇ ਸੀ ਕਿ ਜਿਹੜੀ ਟੈਕਸ ਸੇਵਿੰਗ ਦੀ ਤੇ
ਘਰ ਨੂੰ ਜਿਹੜਾ ਪ੍ਰਾਇਮਰੀ ਘਰ ਹੈ ਉਹਨੂੰ ਫ੍ਰੀ ਕਰਨ ਵਾਲੀ ਗੱਲ ਕਿ ਬਹੁਤ ਇੰਪੋਰਟੈਂਟ ਹੈ ਜੀ ਸਰ। ਇਹ ਦੱਸੋ ਕਿਉਂਕਿ ਜ਼ਿਆਦਾਤਰ ਤਾਂ ਇਸ ਦੇ ਉਲਟ ਹੀ ਸੁਣਿਆ ਹੁੰਦਾ ਆਮ ਕਰਕੇ ਅਸੀਂ ਰੀਅਲਟਰ ਤੋਂ ਇੱਥੇ। ਗੱਲ ਇਸ ਤਰ੍ਹਾਂ ਕਿ ਜਦੋਂ ਅਸੀਂ ਕਰ ਲੈਂਦੇ ਹਾਂ ਅਤੇ ਆਪਾਂ ਸਾਨੂੰ ਵੱਡਾ ਜਿਹੜਾ ਖਰਚਾ ਹੁੰਦਾ ਉਹ ਹੁੰਦਾ ਮੌਰਗੇਜ ਪੇਮੈਂਟਸ ਦਾ। ਹੁਣ ਜਦੋਂ ਵੀ ਤੁਸੀਂ ਮੌਰਗੇਜ ਲੈਂਦੇ ਹੋ ਤਾਂ ਉਹਦੇ 'ਚ ਦੋ ਗੱਲਾਂ ਜ਼ਰੂਰੀ ਆ। ਪਹਿਲੀ ਗੱਲ ਦੇਖੋ, ਟਾਈਮ ਔਖਾ ਵੀ ਆਉਂਦਾ ਸੌਖਾ ਵੀ ਆਉਂਦਾ। ਹਰ ਮੌਰਗੇਜ ਦੇ ਵਿੱਚ ਸਕਿਪ ਏ ਪੇਮੈਂਟ ਪਲਾਨ ਬਹੁਤ ਜ਼ਰੂਰੀ ਆ। ਜੇ ਤੁਹਾਨੂੰ ਸਕਿਪ ਏ ਪੇਮੈਂਟ ਤੁਹਾਨੂੰ ਨਹੀਂ ਦੇ ਰਿਹਾ ਤਾਂ ਤੁਸੀਂ ਮੰਗੋ, ਬੈਂਕ ਤੋਂ ਲਓ, ਲੈਂਡਰ ਤੋਂ ਲਓ। ਉਹ ਬਹੁਤ ਜ਼ਰੂਰੀ ਹੈ ਕਿਉਂਕਿ ਕੱਲ੍ਹ ਤੁਹਾਡੇ ਤੋਂ ਔਖਾ ਸੌਖਾ ਟਾਈਮ ਆ ਸਕਦਾ ਹੈਗਾ। ਉਹ ਤੁਹਾਡੀ ਸੇਫਟੀ ਹੈਗਾ। ਉਹ ਪਲਾਨ ਕੀ ਹੁੰਦਾ? ਸਕਿਪ ਏ ਪੇਮੈਂਟ। ਓਕੇ। ਕਿ ਤੁਸੀਂ ਆਪਣੀ ਪੇਮੈਂਟ ਇੱਕ ਮਹੀਨੇ ਦੀ ਮਿਸ ਕਰ ਸਕਦੇ ਹੋ, ਉਹ ਫਿਰ ਤੁਹਾਡੇ ਪ੍ਰਿੰਸੀਪਲ 'ਚ ਐਡ ਕਰ ਦਿੰਦੇ ਆ ਕਿਉਂਕਿ ਤੁਹਾਨੂੰ ਪਾਵਰ ਆਫ ਸੇਲ ਜਾਂ ਕੁਛ ਜਾਂ ਫੋਰਕਲੋਜ਼ਰ ਨਾ ਹੋਣੀ ਪਵੇ। ਦੁੱਖ ਸੁੱਖ ਹਰ ਇਨਸਾਨ 'ਤੇ ਆਉਂਦਾ। ਦੂਸਰੀ ਗੱਲ ਹੈ ਕਿ ਜਦੋਂ ਤੁਸੀਂ ਮੌਰਗੇਜ ਲੈਂਦੇ ਹੋ ਤਾਂ ਪਹਿਲਾਂ ਉਹ ਬੈਂਕ ਨੂੰ ਕਹੋ ਕਿ ਮੈਨੂੰ ਅਮੋਰਟਾਈਜੇਸ਼ਨ ਸਕੈਜੂਲ ਦੇ ਦੇ। ਤੁਸੀਂ ਦੇਖੋਗੇ ਕਿ ਤੁਹਾਡੀ ਸਪੋਜ਼ ਕਰੋ ਘਰ ਦੀ ਪੇਮੈਂਟ $3500 ਹੈ। ਤੁਸੀਂ ਦੇਖੋਗੇ ਜਿਹੜੀ ਪਹਿਲੀ ਪੇਮੈਂਟ ਹੈ ਮੇਰੇ ਉਹ 'ਚ $350 ਪ੍ਰਿੰਸੀਪਲ ਜਾ ਰਿਹਾ ਅਤੇ $3100 ਮੇਰਾ ਇੰਟਰਸਟ ਵਿੱਚ ਜਾ ਰਿਹਾ। ਹੁਣ ਤੁਸੀਂ ਦੇਖੋ ਕਿ ਜੇ ਮੈਂ $350 ਬਚਾਵਾਂ ਤਾਂ ਮੇਰਾ 3100 ਬਚਦਾ। ਅਤੇ ਫਿਰ ਤੁਸੀਂ ਕਹੋਗੇ ਨਹੀਂ ਮੈਂ ਕਿਸ ਤਰ੍ਹਾਂ ਕਰਾਂ। ਹੁਣ ਇੱਕ ਹੋਰ ਸਟ੍ਰੈਟਜੀ ਯੂਟੀਲਾਈਜ਼ ਕੀਤੀ ਜਾਂਦੀ ਹੈ ਜਿਹੜੇ ਬਹੁਤ ਯੰਗ ਬੱਚੇ ਕਰਦੇ ਨੇ, ਉਸ ਨੂੰ ਕਹਿੰਦੇ ਨੇ ਹਾਊਸ ਹੈਕਿੰਗ। ਹੁਣ ਹਾਊਸ ਹੈਕਿੰਗ 'ਚ ਕੀ ਹੈ ਕਿ ਅੱਜ ਕੱਲ੍ਹ ਦੇ ਜਿਹੜੇ ਨਵੀਂ ਜਨਰੇਸ਼ਨ ਆ ਉਹ ਬਹੁਤ ਸਿਆਣੀ ਆ। ਉਹ ਮੈਨੂੰ ਬੜਾ ਚੰਗਾ ਲੱਗਦਾ ਉਹਨਾਂ ਨੂੰ ਪੜ੍ਹਾਉਣਾ ਸਮਝਾਉਣਾ। ਔਰ ਉਹ ਛੋਟੀ ਉਮਰ ਦੇ ਵਿੱਚ ਹੀ 25-30 ਸਾਲ ਦੀ ਉਮਰ ਦੇ ਵਿੱਚ ਘਰ ਲੈ ਕੇ ਪੇ-ਆਫ ਵੀ ਕਰ ਦਿੰਦੇ ਨੇ ਔਰ ਘਰ ਵਿੱਚ ਫ੍ਰੀ ਰਹਿੰਦੇ ਨੇ। ਅੱਛਾ, ਹੁਣ ਇਹ ਗੱਲਾਂ ਉਹਨਾਂ ਨੂੰ ਸਮਝਾ ਦਿੰਦੇ ਆ ਕਿ ਜੇ ਦੇਖੋ ਜੀ ਕਿ ਤੁਸੀਂ ਮਿਲੀਅਨ ਦੀ ਮੌਰਗੇਜ ਲਈ ਆ, ਇਹ 25 ਸਾਲ ਦਾ ਤੁਸੀਂ ਕਰਜ਼ਾ ਬੰਨ ਲਿਆ। ਇਹ 25 ਸਾਲ ਤੁਹਾਡੀਆਂ ਇੰਨੀਆਂ ਕਿਸ਼ਤਾਂ ਚੱਲਣੀਆਂ ਹੈਗੀਆਂ। ਪਰ ਇਹ ਦੇਖ ਲਓ ਇੱਕ ਤੁਸੀਂ 10 ਲੱਖ ਦਾ ਕਰਜ਼ਾ ਲਿਆ ਅਤੇ ਇਹ ਦੇਖ ਲਓ ਕਿ ਤੁਸੀਂ ਇੰਟਰਸਟ ਕਿੰਨਾ ਦੇਣਾ। ਡਿਪੈਂਡ ਕਰਦਾ ਇੰਟਰਸਟ ਰੇਟ 'ਤੇ ਕਿ ਤੁਸੀਂ 2 ਮਿਲੀਅਨ ਇੰਟਰਸਟ ਦਿਓਗੇ, 2.5 ਮਿਲੀਅਨ ਦਿਓਗੇ, 3 ਮਿਲੀਅਨ ਦਿਓਗੇ। ਸੋ ਕਰਜ਼ਾ ਤੁਹਾਡਾ ਲਿਆ ਤੁਸੀਂ 10 ਲੱਖ ਅਤੇ ਮੋੜਨਾ ਤੁਸੀਂ ਵਿਆਜ ਪਾ ਕੇ 3 ਲੱਖ ਜਾਂ 4 ਲੱਖ ਡਿਪੈਂਡ ਕਰਦਾ ਇੰਟਰਸਟ ਰੇਟ 'ਤੇ। ਹੁਣ ਜਦੋਂ ਤੁਸੀਂ ਬੰਦੇ ਨੂੰ ਸਮਝਾਉਂਦੇ ਹੋ ਕਿ ਤੇਰੇ 'ਤੇ ਇੰਨਾ ਕਰਜ਼ਾ, ਫਿਰ ਬੰਦਾ ਕਹਿੰਦਾ ਨਹੀਂ ਹੁਣ ਮੈਨੂੰ ਸਮਝਾਓ ਕਿ ਇਸ ਕਰਜ਼ੇ ਨੂੰ ਮੈਂ ਜਲਦੀ ਤੋਂ ਜਲਦੀ ਕਿਸ ਤਰ੍ਹਾਂ ਉਤਾਰਾਂ। ਹੁਣ ਇੱਕ ਪਾਸੇ ਜਿਹੜੇ ਬੈਂਕ ਹੈਗੇ ਨੇ ਉਹ ਬੈਂਕ ਇੱਕ ਪ੍ਰੋਡਕਟ ਕਰਦੇ ਨੇ, ਉਸ ਨੂੰ ਕਹਿੰਦੇ ਨੇ ਕੋਲੈਟਰਲ ਮੌਰਗੇਜਸ। ਉਹਦੇ 'ਚ ਕੀ ਕਰਦੇ ਨੇ ਕਿ ਤੁਸੀਂ 10 ਲੱਖ ਦਾ ਘਰ ਲਿਆ ਅਤੇ ਤੁਸੀਂ 2 ਲੱਖ ਦੀ 8 ਲੱਖ ਦੀ ਤੁਹਾਡੀ 8 ਲੱਖ ਦੀ ਮੌਰਗੇਜ, ਉਹ ਤੁਹਾਡੇ 15 ਲੱਖ ਦਾ ਉੱਤੇ ਮੌਰਗੇਜ ਰਜਿਸਟਰ ਕਰਦੇ ਕਿ ਨਹੀਂ ਭਾਈ ਜਦੋਂ ਤੇਰੀ ਐਕੁਇਟੀ ਵਧੀ ਜਾਏਗੀ ਅਸੀਂ ਤੇਰੀ ਲਾਈਨ ਆਫ ਕ੍ਰੈਡਿਟ ਵਧਾ ਦਿਆਂਗੇ। ਉਹ ਬੈਂਕ ਇਸ ਕਰਕੇ ਕਰਦੇ ਨੇ ਕਿ ਠੀਕ ਹੈ ਜੀ ਕਿ ਤੁਹਾਡਾ ਇੱਕੋ ਵਾਰੀ ਸਾਨੂੰ ਲੀਗਲ ਖਰਚਾ ਨਹੀਂ ਆਏਗਾ, ਅਸੀਂ ਤਾਂ ਪ੍ਰਾਪਰਟੀ ਬਾਰੇ ਜਾਣਦੇ ਹਾਂ, ਅਤੇ ਉਹਨਾਂ ਨੂੰ ਹੁੰਦਾ ਕਿ ਸਾਡੀ ਲਾਇਲਟੀ ਹੋਏਗੀ ਕਿ ਸਾਡਾ ਕਸਟਮਰ ਕਿਧਰ ਨਹੀਂ ਜਾਏਗਾ। ਪਰ ਉਹਦਾ ਇੱਕ ਫਾਇਦਾ ਅਤੇ ਨੁਕਸਾਨ ਇਹ ਹੈਗਾ ਕਿ ਫਾਇਦਾ ਇਹ ਹੈਗਾ ਕਿ ਉਹਦੇ ਵਿੱਚ ਜਿਹੜੀ ਤੁਹਾਡੀ ਐਕੁਇਟੀ ਹੁੰਦੀ ਹੈ ਬਹੁਤ ਸਾਰੇ ਲੋਕ ਉਸ ਐਕੁਇਟੀ ਨੂੰ ਯੂਟੀਲਾਈਜ਼ ਕਰਨਾ ਸ਼ੁਰੂ ਕਰ ਦਿੰਦੇ ਆ। ਪਰ ਉਹਨਾਂ ਨੂੰ ਇਹ ਰਿਅਲਾਈਜ਼ ਨਹੀਂ ਕਰਦੇ ਕਿ ਦੇਖੋ ਦੋ ਪ੍ਰਿੰਸੀਪਲ ਆ। ਜਦੋਂ ਵੀ ਕੋਈ ਕ੍ਰੈਡਿਟ ਕਾਰਡ ਹੈ, ਲਾਈਨ ਆਫ ਕ੍ਰੈਡਿਟ ਹੈ, ਜੇ ਉਸ ਦਾ 60% ਤੋਂ 66% ਉੱਤੋਂ ਯਾਦ ਕਰੋਗੇ ਤਾਂ ਤੁਹਾਡਾ ਕ੍ਰੈਡਿਟ ਸਕੋਰ ਥੱਲੇ ਆਉਣਾ ਸ਼ੁਰੂ ਹੋ ਜਾਏਗਾ। ਦੂਜੀ ਗੱਲ ਹੈ ਤੁਸੀਂ ਉਹ ਜਿਹੜੀ ਪੈਸਾ ਹੈਗਾ ਉਸ ਨੂੰ ਥੋੜ੍ਹਾ ਸੇਫਟੀ ਨੈਟ ਵਾਸਤੇ ਰੱਖੋ, ਐਮਰਜੈਂਸੀ ਫੰਡ ਵਾਸਤੇ ਰੱਖੋ। ਹੁਣ ਜਦੋਂ ਅਸੀਂ ਮੌਰਗੇਜ ਪੇਮੈਂਟ ਨੂੰ ਧਿਆਨ ਨਾਲ ਦੇਖਦੇ ਹਾਂ ਅਤੇ ਕਹਿੰਦੇ ਯਾਰ ਕਿ ਇੰਨੀ ਪੇਮੈਂਟ ਹੈਗੀ ਹੈ 25 ਸਾਲਾਂ ਦੇ ਬਾਅਦ ਮੇਰੀ ਇੰਨੀ ਹਮੇਸ਼ਾ ਹੀ ਜੇ ਇੰਟਰਸਟ ਰੇਟ ਇੰਨਾ ਰਵੇ, ਇੰਨੀ ਪੇਮੈਂਟ 25 ਸਾਲਾਂ ਦੀ, ਮੈਂ ਤਾਂ ਇੰਨਾ ਵੱਡਾ ਕਰਜ਼ਾ ਚੁੱਕ ਲਿਆ, ਇਸ ਨੂੰ ਮੈਂ ਜਲਦੀ ਤੋਂ ਜਲਦੀ ਕਿੱਦਾਂ ਪੇ ਕਰ ਸਕਦਾ। ਹੁਣ ਇਹਦੇ ਵਿੱਚ ਇੱਕ ਕਹਿੰਦੇ ਨੇ ਐਕਸਲਰੇਸ਼ਨ, ਇੱਕ ਹੁੰਦਾ ਕਿ ਪ੍ਰੀ ਪੇਮੈਂਟ ਪ੍ਰਿਵਿਲੇਜ ਹੁੰਦੀਆਂ 10+10 ਹੁੰਦੀਆਂ। ਜਦੋਂ ਤੁਸੀਂ ਇਸ ਨੂੰ ਥੋੜ੍ਹਾ ਜਿਹਾ ਬਰੀਕੀ ਨਾਲ ਬੈਠ ਕੇ ਸਮਝਣਾ ਸ਼ੁਰੂ ਕਰਦੇ ਹੋ ਫਿਰ ਤੁਸੀਂ ਸੋਚਦੇ ਕਿ ਨਹੀਂ ਕਿ ਮੈਂ ਆਪਣੀ ਇਨਕਮ ਕਿਸ ਤਰ੍ਹਾਂ ਵਧਾਵਾਂ ਅਤੇ ਜਿਹੜਾ ਇਹ ਕਰਜ਼ਾ ਹੈਗਾ ਜਿਹੜਾ ਇੰਨਾ ਵੱਡਾ ਇੰਟਰਸਟ ਹੈ ਮੈਂ ਇਸ ਨੂੰ ਕਿਸ ਨਾਲ ਘਟਾਵਾਂ। ਹੁਣ ਬਹੁਤ ਸਾਰੇ ਮੌਰਗੇਜ ਬ੍ਰੋਕਰ ਬਹੁਤ ਜ਼ਿਆਦਾ ਸਿਆਣੇ ਹੈਗੇ ਆ, ਬੈਂਕਰ ਵੀ ਸਿਆਣੇ ਹੈਗੇ ਆ, ਪਰ ਜੇ ਤੁਸੀਂ ਉਹਨਾਂ ਦੇ ਕੋਲ ਬੈਠ ਕੇ ਇਹ ਸਾਰੀ ਗੱਲ ਸਮਝ ਲਓ ਕਿ ਦੇਖੋ ਵੀ ਦੁਨੀਆ ਦਾ ਸਭ ਨੂੰ ਮੇਰੀ ਜ਼ਿੰਦਗੀ ਦਾ ਸਭ ਨੂੰ ਵੱਡਾ ਕਰਜ਼ਾ ਉਹ ਮੇਰੇ ਘਰ ਦਾ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਕੋਲ ਇਨਵੈਸਟਮੈਂਟ ਪ੍ਰਾਪਰਟੀ ਨਹੀਂ ਹੈਗੀ। ਹੁਣ ਅੱਜ ਅਸੀਂ ਇਸ ਟਾਈਮ ਦੇ ਉੱਤੇ ਸਿਰਫ ਪ੍ਰਿੰਸੀਪਲ ਰੈਜ਼ੀਡੈਂਸ ਦੀ ਗੱਲ ਕਰ ਰਹੇ ਹੈਗੇ ਹਾਂ। ਜਿਹੜੀ ਇਨਵੈਸਟਮੈਂਟ ਪ੍ਰਾਪਰਟੀ ਹੈ ਉਹਦੇ ਸਾਰੀ ਗੇਮ ਟੋਟਲੀ ਡਿਫਰੈਂਟ ਹੈਗੀ ਹੈ। ਅਤੇ ਜਦੋਂ ਅਸੀਂ ਇਸ ਚੀਜ਼ ਨੂੰ ਬੜੇ ਧਿਆਨ ਨਾਲ ਦੇਖ ਲੈਂਦੇ ਹਾਂ ਕਿ ਨਹੀਂ, ਜੇ ਮੰਨ ਲਿਆ 8 ਲੱਖ ਦਾ ਤੁਸੀਂ ਲੋਨ ਤੁਹਾਡਾ ਮੌਰਗੇਜ ਹੈ ਜੀ, ਤੁਸੀਂ 30 ਸਾਲਾਂ 'ਚ ਜਾਂ 25 ਸਾਲਾਂ 'ਚ ਅਸਲ 'ਚ ਕਿੰਨਾ ਮੋੜਦੇ ਹੋ? ਉਹ ਡਿਪੈਂਡ ਕਰਦਾ ਇੰਟਰਸਟ ਰੇਟ 'ਤੇ। ਜਿਵੇਂ ਹੁਣ ਅੱਜ ਦੇ ਰੇਟ ਦੀ ਗੱਲ ਕਰ ਰਹੇ ਆਪਾਂ, ਅੱਜ ਦੇ ਰੇਟ 'ਚ ਮੇਰਾ ਖਿਆਲ 2 ਤੋਂ 2.5 ਗੁਣਾ ਉਹ ਤੁਹਾਨੂੰ ਕੈਲਕੂਲੇਸ਼ਨ ਕਰਨੀ ਪਏਗੀ। 2 ਤੋਂ 2.5 ਗੁਣਾ ਤੁਸੀਂ ਮੋੜ ਰਹੇ ਹੋ। ਸੋ ਜੇ ਤੁਸੀਂ ਉਹਨੂੰ ਜਲਦੀ ਉਤਾਰ ਲੈਂਦੇ ਹੋ ਜੀ ਅਤੇ ਤਕਰੀਬਨ ਉਨੀ ਅਮਾਊਂਟ ਤੁਸੀਂ ਸੇਵ ਕਰ ਲਈ ਸਮਝ ਲਓ। ਨਹੀਂ, ਉਸ ਤੋਂ ਇਲਾਵਾ ਇੱਕ ਹੋਰ ਚੀਜ਼ ਹੈ, ਜਦੋਂ ਤੁਸੀਂ ਕਿਤੇ ਕੋਲ ਕੰਮ ਕਰਦੇ ਹੋ, ਸਪੋਜ਼ ਕਰੋ 10,000 ਤੁਸੀਂ ਕਮਾਉਂਦੇ ਹੋ ਮਹੀਨੇ ਦਾ, 5,000 ਤਾਂ ਗੌਰਮੈਂਟ ਲੈ ਗਈ ਜਾਂ 3,000 ਗੌਰਮੈਂਟ ਲੈ ਗਈ। ਹੁਣ ਜਿਹੜਾ ਬਾਕੀ ਤੁਸੀਂ ਆਫਟਰ ਟੈਕਸ ਪੇ ਕਰ ਰਹੇ ਹੋ, ਹੁਣ ਇੰਨੇ ਵੱਡੇ ਅਮਾਊਂਟ ਨੂੰ ਪੇ ਆਫ ਕਰਨ ਲਈ ਤੁਹਾਨੂੰ ਕਿੰਨੀ ਇਨਕਮ ਕਮਾਉਣੀ ਪਏਗੀ ਇਹਦਾ ਤੁਸੀਂ ਆਪ ਹੀ ਹਿਸਾਬ ਲਾਓ।
ਕਿਉਂਕਿ ਤੁਸੀਂ ਜਦੋਂ ਪੈਸੇ ਕਮਾਉਂਦੇ ਹੋ ਸਾਰੇ ਪੈਸੇ ਤੁਸੀਂ ਘਰ ਨਹੀਂ ਲੈ ਕੇ ਆ ਜਾਂਦੇ, ਟੈਕਸਮੈਨ ਪਹਿਲਾਂ ਲੈ ਜਾਂਦਾ। ਅਤੇ ਇਸ ਕਰਕੇ ਜਿਹੜਾ ਸਭ ਨੂੰ ਵੱਡਾ ਜ਼ਿੰਦਗੀ ਦਾ ਬੋਝ ਹਰ ਆਮ ਇਨਸਾਨ ਵਾਸਤੇ ਜਿਹੜਾ ਕੈਨੇਡਾ ਦੇ ਵਿੱਚ ਰਹਿੰਦਾ, ਜਿਹਦੇ ਕੋਲ ਪ੍ਰਿੰਸੀਪਲ ਰੈਜ਼ੀਡੈਂਸ ਹੈਗਾ, ਉਹਦਾ ਹੁੰਦਾ ਕਿ ਮੈਂ ਮੌਰਗੇਜ ਨੂੰ ਕਿਸ ਤਰ੍ਹਾਂ ਪੇ ਆਫ ਕਰਾਂ। ਜਦੋਂ ਮੌਰਗੇਜ ਪੇ ਆਫ ਹੋ ਗਈ, ਉਸ ਤੋਂ ਬਾਅਦ ਜੇ ਤੁਸੀਂ ਉਹਦੇ 'ਤੇ ਕੁਝ ਬੋਰੋ ਕਰਨਾ ਚਾਹੁੰਦੇ ਹੈਗੇ ਹੋ, ਅਤੇ ਤੁਸੀਂ ਉਹ ਜਿਹੜਾ ਹੈ ਲੋਨ ਦਿਓ ਆਪਣੀ ਕਾਰਪੋਰੇਸ਼ਨ ਨੂੰ, ਕਿਉਂਕਿ ਤੁਸੀਂ ਹਰ ਐਂਗਲ ਦੇ ਦੇਖੋ ਕਿ ਜਿਸ ਹਿਸਾਬ ਨਾਲ ਕੈਨੇਡਾ ਦਾ ਕਾਨੂੰਨ ਹੈਗਾ, ਤੁਹਾਨੂੰ ਦੋਨੋਂ ਪੈਸੇ ਬੈਨੀਫਿਟ ਹੋ ਜਾਣ। ਇੱਕ ਪਾਸੇ ਤੁਹਾਡੀ ਇਨਕਮ ਵੀ ਹੋ ਜਾਏ, ਦੂਜੇ ਪਾਸੇ ਤੁਹਾਡੇ ਟੈਕਸ ਵੀ ਬਚ ਜਾਣ। ਇਹ ਦੋ ਚੀਜ਼ਾਂ ਇਹ ਥੋੜ੍ਹਾ ਜਿਹਾ ਗੱਲ ਐਕਸਪਲੇਨ ਕਰੋ ਜੀ। ਆਪਣੀ, ਤੁਸੀਂ ਜੇ ਤੁਸੀਂ ਕੁਝ ਬੋਰੋ ਕਰਨਾ, ਜਦੋਂ ਤੁਹਾਡਾ ਘਰ ਫ੍ਰੀ ਵੀ ਹੋ ਗਿਆ ਤੇ ਆਪਣੀ ਕਾਰਪੋਰੇਸ਼ਨ ਨੂੰ ਲੋਨ ਦਿਓ, ਉਹ ਕਿੱਦਾਂ? ਮੈਂ ਤੁਹਾਨੂੰ ਇੱਕ ਗੱਲ ਹੋਰ ਸਟੈਪ ਅੱਗੇ ਲੈ ਜਾਣਾ। ਸਪੋਜ਼ ਕਰੋ ਤੁਸੀਂ ਸ਼ਾਦੀशुदा ਹੈਗੇ, ਤੁਸੀਂ ਆਪਣੇ ਸਪਾਊਸ ਤੋਂ ਵੀ ਕਰਜ਼ਾ ਲੈ ਸਕਦੇ ਹੋ ਇਨਵੈਸਟਮੈਂਟ ਪ੍ਰਾਪਰਟੀ ਵਾਸਤੇ। ਉਸ ਨੂੰ ਜਿਹੜਾ ਔਨਗੋਇੰਗ ਇੰਟਰਸਟ ਰੇਟ ਦੇ ਸਕਦੇ ਹੋ। ਜਿਹੜੀ ਉਹਦੀ ਇਨਕਮ ਹੋਏਗੀ, ਜਦ ਤੁਸੀਂ ਇੰਟਰਸਟ ਦਿਓਗੇ, ਜੇ ਉਹਦੀ ਇਨਕਮ ਲੋ ਹੈਗੀ ਉਹਨੂੰ ਕਲੇਮ ਕਰ ਲਵੋ। ਤੁਹਾਨੂੰ ਬਾਹਰ ਪੈਸੇ ਉਧਾਰ ਲੈਣ ਦੀ ਕੀ ਲੋੜ ਪਈ ਹੈ, ਜਦ ਤੁਸੀਂ ਆਪਣੇ ਆਪ ਤੋਂ ਲੈ ਸਕਦੇ ਹੋ, ਆਪਣੇ ਸਪਾਊਸ ਤੋਂ ਲੈ ਸਕਦੇ ਹੈਗੇ ਹੋ। ਉਸ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਹੈਗੀਆਂ ਜਿਨ੍ਹਾਂ ਨੂੰ ਅਸੀਂ ਯੂਟੀਲਾਈਜ਼ ਕਰ ਸਕਦੇ ਹੈਗੇ ਹਾਂ। ਕਿਸੇ ਦੀ RSP ਹੈਗੀ ਹੈ, ਕਿਸੇ ਦਾ TFSA ਹੈਗਾ, ਉਹ ਵੀ ਯੂਟੀਲਾਈਜ਼ ਕਰ ਸਕਦੇ ਹੈਗੇ ਅਸੀਂ। ਉਹਦੇ ਵਿੱਚ ਵੀ ਇੱਕ ਹੋਰ ਬੜੀਆਂ ਵਧੀਆ ਸਟ੍ਰੈਟਜੀਜ਼ ਹੈਗੀਆਂ। ਜਦੋਂ ਵੀ ਤੁਸੀਂ ਕੋਈ ਇਨਵੈਸਟਮੈਂਟ ਪ੍ਰਾਪਰਟੀ ਲੈਂਦੇ ਹੋ, ਉਹਦੇ ਵਿੱਚ ਤੁਸੀਂ ਇਹ ਕੋਸ਼ਿਸ਼ ਕਰੋ ਕਿ ਮੈਕਸਿਮਮ ਪੈਸਾ ਬੋਰੋ ਕਰੋ। ਜਿਹੜਾ ਤੁਸੀਂ ਪੈਸਾ ਬੋਰੋ ਕੀਤਾ, ਉਹਦਾ ਜਿਹੜਾ ਇੰਟਰਸਟ ਆ ਉਹ ਰਾਈਟ ਆਫ ਹੋ ਜਾਂਦਾ। ਉਸ ਤੋਂ ਇਲਾਵਾ ਇੱਕ ਹੋਰ ਵਧੀਆ ਸਟ੍ਰੈਟਜੀ ਹੈ। ਇਹ ਦੁਬਾਰਾ ਦੱਸੋ ਗੱਲ ਹੈ ਜੀ। ਜਿਹੜਾ ਤੁਸੀਂ ਬੋਰੋ ਕੀਤਾ ਉਹਦਾ ਇੰਟਰਸਟ ਆਫ ਰੇਟ, ਜਿਹੜਾ ਵੀ ਤੁਸੀਂ ਪੈਸਾ ਬੋਰੋ ਕੀਤਾ ਇਨਵੈਸਟਮੈਂਟ ਪ੍ਰਾਪਰਟੀ ਵਾਸਤੇ, ਜਿਹੜਾ ਉਹਦਾ ਵਿਆਜ ਪਏਗਾ, ਉਹ ਤੁਹਾਡਾ ਟੈਕਸ ਡਿਡਕਟੇਬਲ ਹੋ ਜਾਂਦਾ। ਜਿਹੜੇ ਘਰ ਦੀ ਮੌਰਗੇਜ ਉਹ ਟੈਕਸ ਡਿਡਕਟੇਬਲ ਨਹੀਂ ਹੁੰਦੀ। ਓਕੇ ਜੀ। ਸੋ ਜਿਹੜਾ ਇਨਵੈਸਟਮੈਂਟ ਪ੍ਰਾਪਰਟੀ ਦਾ ਰੇਟ ਆਫ ਇੰਟਰਸਟ ਹੈ ਉਹ ਰਾਈਟ ਆਫ ਹੋ ਜਾਂਦਾ 100, ਕਿਉਂਕਿ ਉਹਦੀ ਇਨਕਮ ਹੁੰਦੀ ਹੈ। ਓਕੇ। ਕਿਉਂਕਿ ਉਹ ਇੱਕ ਬਿਜ਼ਨਸ ਹੋ ਗਿਆ। ਕਿਉਂਕਿ ਜੇ ਤੁਸੀਂ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਤੁਸੀਂ ਕ੍ਰੀਏਟਡ ਬਿਜ਼ਨਸ ਟੂ ਜਨਰੇਟ ਪ੍ਰੋਫਿਟ, ਅਤੇ ਜਿੰਨੇ ਉਹਦੇ ਖਰਚੇ ਆਉਣਗੇ ਉਹ ਸਾਰੇ ਰਾਈਟ ਆਫ ਹੈਗੇ ਆ। ਅਸੀਂ ਇੱਕ ਹੋਰ ਸਟ੍ਰੈਟਜੀ ਬੜੀ ਯੂਟੀਲਾਈਜ਼ ਕਰਦੇ ਹਾਂ, ਤੁਹਾਡੇ ਸੁਣਨ ਵਾਲਿਆਂ ਨੂੰ ਬੜਾ ਅੱਛਾ ਲੱਗੇਗਾ। ਉਸ ਨੂੰ ਕਹਿੰਦੇ ਨੇ ਬਲੂਨ ਪੇਮੈਂਟਸ। ਹੁਣ ਕੀ ਕਰਨਾ ਚਾਹੁੰਦੇ ਹੋ ਤੁਸੀਂ ਕਿ ਤੁਸੀਂ ਟੈਕਸ ਰਾਈਟ ਆਫ ਪਹਿਲਾਂ ਕਰ ਦਿੰਦੇ ਹੋ, ਪੈਸੇ ਬਾਅਦ 'ਚ ਦੇਵਾਂਗੇ ਆਪਾਂ। ਹੁਣ ਕਿਸ ਤਰ੍ਹਾਂ ਕਰਦੇ ਹੋ ਕਿ ਤੁਸੀਂ ਸਪੋਜ਼ ਕਰੋ ਤੁਸੀਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਆ, 10 ਲੱਖ ਦੀ ਪ੍ਰਾਪਰਟੀ ਲਈ ਆ, ਤੁਸੀਂ ਉਹਦੇ 'ਚ ਆਪਣਾ ਕੋਈ ਪੈਸਾ ਨਹੀਂ ਪਾਇਆ, 8 ਲੱਖ ਦਾ ਬੈਂਕ ਤੋਂ ਲਿਆ, 2 ਲੱਖ ਦਾ ਕਿਸੇ ਦੀ RSP ਤੋਂ ਲੈ ਲਿਆ। ਤੁਸੀਂ ਕਿਹਾ ਵੀ ਤੈਨੂੰ ਮੈਂ 10% ਵਿਆਜ ਦਿਆਂਗਾ, ਪਰ ਇੱਕ ਸ਼ਰਤ ਹੈ ਕਿ ਮੈਂ ਤੈਨੂੰ ਮਹੀਨੇ ਦੇ ਪੈਸੇ ਨਹੀਂ ਦੇਣੇ, ਮੈਂ 5 ਸਾਲਾਂ ਬਾਅਦ ਇੱਕ ਵਾਰੀ ਵਿਆਜ ਦੂੰਗਾ ਸਾਰਾ। ਪਰ ਕਿਉਂਕਿ ਤੁਸੀਂ ਉਹਦਾ ਵਿਆਜ ਦੇਣਾ ਹੈਗਾ, ਹਰ ਸਾਲ ਤੁਸੀਂ ਜਦੋਂ ਉਹਦਾ ਵਿਆਜ ਦੇਣਾ, ਹਾਲੇ ਤੁਸੀਂ ਦਿੱਤਾ ਨਹੀਂ, ਉਹ ਤੁਸੀਂ ਟੈਕਸ ਰਾਈਟ ਆਫ ਪਹਿਲਾਂ ਕਰ ਸਕਦੇ ਹੋ। ਇਹ ਬਲੂਨ ਪੇਮੈਂਟ ਦੇ ਬੜੇ ਫਾਇਦੇ ਨੇ। ਜਿਹੜੇ ਇਨਵੈਸਟਮੈਂਟ ਸਟ੍ਰੈਟਜੀਜ਼ ਹੁੰਦੀਆਂ ਨਾ, ਇਹਨਾਂ ਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਹਰ ਕੰਮ ਆਪਾਂ ਕਨਵੈਨਸ਼ਨਲ ਕਰਨਾ। ਉਹਦੇ ਵਿੱਚ ਅਸੀਂ ਹਮੇਸ਼ਾ ਦੋ ਚੀਜ਼ਾਂ ਧਿਆਨ ਰੱਖਦੇ ਹਾਂ। ਪਹਿਲੀ ਗੱਲ, ਇਹ ਕਾਨੂੰਨੀ ਹੋਣੀ ਚਾਹੀਦੀ ਆ। ਦੂਜੀ ਗੱਲ ਹੈ ਕਿ ਤੁਹਾਨੂੰ ਟੈਕਸ ਬੈਨੀਫਿਟ ਵੀ ਹੋਵੇ। ਤੀਜੀ ਗੱਲ ਹੈ ਕਿ ਇਹਦੇ ਨਾਲ ਤੁਹਾਡਾ ਕੈਸ਼ ਫਲੋ ਵਧੀਆ ਹੋਵੇ। ਔਰ ਚੌਥੀ ਗੱਲ ਹੈਗੀ ਹੈ ਕਿ ਜਿਹੜੀ ਇਨਵੈਸਟਮੈਂਟਸ ਹੁੰਦੀਆਂ ਉਹ ਪੈਸੇ ਨਾਲ ਨਹੀਂ ਹੁੰਦੀਆਂ, ਉਹ ਸਿਰਫ ਸਟ੍ਰੈਟਜੀਜ਼ ਨਾਲ ਹੁੰਦੀਆਂ। ਜਿੰਨੇ ਵੀ ਵੱਡੇ ਵੱਡੇ ਬਿਲਡਰ ਹੈਗੇ, ਕਾਰਪੋਰੇਸ਼ਨ ਹੈਗੇ, ਸਾਰੇ ਹੀ ਪੈਸਾ ਉਧਾਰਾ ਲੈ ਕੇ ਕੰਮ ਕਰਦੇ ਹਨ। ਔਰ ਇਨਵੈਸਟਮੈਂਟ ਦਾ ਪਹਿਲਾ ਪ੍ਰਿੰਸੀਪਲ ਹੈ ਕਿ ਜੇ ਤੁਸੀਂ ਹੋ ਸਕੇ ਵੱਧ ਤੋਂ ਵੱਧ ਪੈਸਾ ਬੋਰੋ ਕਰਕੇ ਉਹ ਇਨਵੈਸਟ ਕਰੋ। ਸੋ ਇਨਵੈਸਟਮੈਂਟ ਪੈਸੇ ਦੀ ਖੇਡ ਨਹੀਂ ਹੈ, ਸਮਝਦਾਰੀ ਦੀ ਖੇਡ। ਸਮਝਦਾਰੀ ਦੀ ਬਿਲਕੁਲ ਖੇਡ ਆ। ਨਵਤਾਜ ਜੀ, ਕੁਝ ਸਵਾਲ ਲੈਣ ਤੋਂ ਪਹਿਲਾਂ ਜਿਹੜੀਆਂ ਕੁਝ ਹੋਰ ਗੱਲਾਂ ਤੁਸੀਂ ਐਡ ਕਰਨਾ ਚਾਹੁੰਦੇ ਹੋ, ਜਿਹੜੀਆਂ ਇੰਪੋਰਟੈਂਟ ਚੀਜ਼ਾਂ ਰਹਿ ਗਈਆਂ? ਜੀ, ਸਭ ਨੂੰ ਜ਼ਰੂਰੀ ਗੱਲ ਹੋਰ ਹੈਗੀ ਹੈ ਕਿ ਤੁਸੀਂ ਜਿਸ ਸ਼ਹਿਰ ਦੇ ਵਿੱਚ ਘਰ ਲੈਣਾ ਚਾਹੁੰਦੇ ਹੋ, ਉਸ ਸਿਟੀ ਨੂੰ ਫੋਨ ਕਰੋ। ਉਸ ਫੋਨ ਕਰਨ ਦਾ ਮਤਲਬ ਬਹੁਤ ਸਾਰੀਆਂ ਗੱਲਾਂ ਹੈਗੀਆਂ। ਉਹਦੇ ਵਿੱਚ ਅੱਜ ਕੱਲ੍ਹ ਕੈਨੇਡਾ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਘਰਾਂ ਦੀ ਸ਼ਾਰਟੇਜ ਹੈਗੀ ਹੈ, ਅਤੇ ਗੌਰਮੈਂਟ ਅਲਾਓ ਕਰੀ ਹੈ ਕਿ ਤੁਸੀਂ ਆਪਣਾ ਜਿਹੜਾ ਘਰ ਹੈਗਾ ਉਹਦੇ ਵਿੱਚ ਕੀ ਤੁਸੀਂ ਐਡੀਸ਼ਨਲ ਯੂਨਿਟ ਪਾ ਸਕਦੇ ਹੋ, ਕਿ ਬੇਸਮੈਂਟ ਅਪਾਰਟਮੈਂਟ ਪਾ ਸਕਦੇ ਹੋ, ਕਿ ਤੁਸੀਂ ਘਰ ਦੇ ਪਿੱਛੇ ਟਾਈਨੀ ਹਾਊਸ ਰੱਖ ਸਕਦੇ ਹੋ, ਕਿ ਉਹਦੇ ਵਾਸਤੇ ਤੁਹਾਨੂੰ ਗੌਰਮੈਂਟ 50,000 ਗ੍ਰਾਂਟ ਦੇ ਰਹੀ ਹੈ। ਜੇ ਤੁਸੀਂ ਡਾਊਨਟਾਊਨ ਟੋਰਾਂਟੋ ਵਿੱਚ ਰਹਿੰਦੇ ਹੋ, ਉੱਥੇ ਲੇਨਵੇ ਹਾਊਸ ਹੈ ਜਿਨ੍ਹਾਂ ਦੀ ਆਲਮੋਸਟ ਤਕਰੀਬਨ 350 ਕਿਲੋਮੀਟਰ ਦੇ ਏਰੀਏ 'ਚ ਹੈਗੀ ਆ, ਉਹਦੇ ਵਾਸਤੇ ਵੀ ਤੁਹਾਨੂੰ ਗੌਰਮੈਂਟ ਪੈਸੇ ਦੇ ਰਹੀ ਆ। ਸਭ ਨੂੰ ਵੱਡੀ ਗੱਲ ਹੈ ਕਿ ਸਾਡੀ ਕਮਿਊਨਿਟੀ ਦੇ ਵਿੱਚ ਸਾਡੇ ਨਾਲ ਆਪਣੇ ਮਾਤਾ ਪਿਤਾ, ਸਾਡੇ ਬਜ਼ੁਰਗ ਰਹਿੰਦੇ ਨੇ, ਉਹਨਾਂ ਦਾ ਸਾਨੂੰ ਕਿਸ ਤਰ੍ਹਾਂ ਫਾਇਦਾ ਹੁੰਦਾ। ਹੁਣ ਜੇ ਤੁਸੀਂ ਬਜ਼ੁਰਗ ਹੈਗੇ ਹੋ, ਤੁਹਾਡੀ ਉਮਰ 65 ਸਾਲ ਤੋਂ ਉੱਪਰ ਹੈ, ਤੁਸੀਂ ਆਪਣੇ ਸ਼ਹਿਰ, ਆਪਣੇ ਸਿਟੀ ਨੂੰ ਫੋਨ ਕਰੋ ਕਿ ਦੇਖੋ ਵੀ ਮੇਰੇ 65 ਸਾਲ ਦੀ ਉਮਰ ਹੈਗੀ ਹੈ, ਜੇ ਮੇਰੀ ਪਿੱਠ 'ਚ ਤਕਲੀਫ ਹੈ, ਜੇ ਮੇਰੀ ਸਿਹਤ ਠੀਕ ਨਹੀਂ ਹੈ, ਤਾਂ ਇੱਕ ਸਿਟੀ ਦੀ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ ਕਿ ਉਹ ਤੁਹਾਡੀ ਸਨੋ ਸ਼ਵਲ ਕਰਦੇ ਹੈਗੇ, ਤੁਹਾਡਾ ਘਾਹ ਵੀ ਕੱਟਦੇ ਆ, ਔਰ ਪ੍ਰਾਪਰਟੀ ਦੇ ਟੈਕਸਿਸ ਵੀ ਘੱਟ ਜਾਂਦੇ ਨੇ। ਜਿਹੜੇ ਇਨਸਾਨ ਆਪਣੇ
ਬਜ਼ੁਰਗਾਂ ਨੂੰ ਨਾਲ ਰੱਖਣੇ ਨੇ ਘਰ ਦੇ ਵਿੱਚ, ਜਾਂ ਤੁਸੀਂ ਬਜ਼ੁਰਗ ਹੋ ਗਏ ਹੋ, ਤੇ ਇੱਕ ਗਵਰਨਮੈਂਟ ਦੀ ਗ੍ਰਾਂਟ ਹੈਗੀ ਆ, ਉਸ ਨੂੰ ਕਹਿੰਦੇ ਰੈਂਪ, RAMP, ਰੈਜ਼ੀਡੈਂਸ਼ੀਅਲ ਮੋਡੀਫਿਕੇਸ਼ਨ ਅਸਿਸਟੈਂਸ ਪ੍ਰੋਗਰਾਮ। ਰੈਜ਼ੀਡੈਂਸ਼ੀਅਲ ਅਸਿਸਟੈਂਸ ਮੋਡੀਫਿਕੇਸ਼ਨ ਪ੍ਰੋਗਰਾਮ ਹੈਗਾ। ਇਹਦੇ ਵਿੱਚ ਤੁਹਾਨੂੰ ਗਵਰਨਮੈਂਟ ਦੇ ਵਿੱਚੋਂ 25 ਤੋਂ ਡਿਪੈਂਡ ਕਰਦਾ ਕਿ ਤੁਹਾਡੇ ਘਰ 'ਚ ਕੀ ਹੈ। ਤੁਹਾਡੇ ਕਿਚਨ ਕੈਬਨਟ ਨੂੰ ਤੁਸੀਂ ਨਵੀਆਂ ਕਰਨੇ ਹੈਗੇ ਆ, ਘਰ ਦੇ ਦਰਵਾਜ਼ੇ ਕਰਨੇ ਆ, ਰੈਂਪ ਬਣਾਉਣਾ ਹੈਗਾ, ਇਹਦੇ ਵਾਸਤੇ ਸਾਰੀ ਫੈਸਿਲਿਟੀਜ਼ ਹੈਗੀਆਂ ਬਜ਼ੁਰਗਾਂ ਨੂੰ ਬਜ਼ੁਰਗਾਂ ਵਾਸਤੇ। ਅੱਛਾ। ਇੱਕ ਜਿਹੜੀ ਸਭ ਨੂੰ ਇੰਪੋਰਟੈਂਟ ਗੱਲ ਸਿਟੀ ਤੋਂ ਤੁਹਾਨੂੰ ਜ਼ਰੂਰੀ ਲੈਣੀ ਹੈਗੀ ਹੈ ਕਿ ਤੁਸੀਂ ਆਪਣੇ ਘਰ ਵਿੱਚ ਰਹਿ ਰਹੇ ਹੋ, ਕਿ ਤੁਹਾਡੇ ਘਰ ਦੇ ਵਿੱਚ ਸੰਪ ਪੰਪ ਲੱਗਾ, ਕਿ ਬੈਕਅਪ ਵਾਲ ਲੱਗਾ, ਕਿ ਤੁਹਾਡਾ ਘਰ ਫਲੱਡ ਜ਼ੋਨ 'ਚ ਹੈਗਾ। ਇਸ ਵਾਸਤੇ ਵੀ ਤੁਹਾਨੂੰ ਗਵਰਨਮੈਂਟ ਤੋਂ ਪੈਸੇ ਫ੍ਰੀ ਮਿਲ ਜਾਂਦੇ ਨੇ। ਉਹ ਤੁਹਾਨੂੰ ਮੇਰੇ ਖਿਆਲ ਦੇ ਵਿੱਚ ਕਰਾ ਕੇ 7,000 ਤੋਂ 10,000 ਡਿਪੈਂਡ ਕਰਦਾ, ਜਾਂ ਤੁਸੀਂ ਕਿਸੇ ਉਸ ਏਰੀਏ ਦੇ ਵਿੱਚ ਪਤਾ ਕਰੋ, ਆਪਣੇ ਸਿਟੀ ਨੂੰ ਪਤਾ ਕਰੋ ਕਿ ਮੈਂ ਇਹ ਘਰ ਹੈਗਾ, ਮੈਂ ਇਸ ਘਰ 'ਚ ਰਹਿਣਾ। ਇਟ ਡਜ਼ਨਟ ਮੈਟਰ ਕਿ ਤੁਹਾਡਾ ਘਰ ਕਿੱਥੇ ਹੈ ਕੈਨੇਡਾ ਦੇ ਵਿੱਚ। ਇਹ ਪ੍ਰੋਗਰਾਮ ਸਾਰੇ ਪੈਸੇ ਕਿ ਇਸ ਨੂੰ ਕਹਿੰਦੇ ਫਲੱਡ ਪ੍ਰੋਟੈਕਸ਼ਨ ਪਲਾਨ। ਉਹਦੇ 'ਚ ਕੀ ਉਹਦੇ ਵਾਸਤੇ ਕੀ ਕੀਤਾ ਜਾਂਦਾ, ਮਤਲਬ ਉਹਦੇ ਵਿੱਚ ਜੇ ਤੁਹਾਡੇ ਕੋਲ ਕੋਈ ਵੀ ਘਰ ਹੈਗਾ, ਉਹਦੇ 'ਚ ਤੁਸੀਂ ਸੰਪ ਪੰਪ ਨਹੀਂ ਲੱਗਾ ਤੇ ਉਹ ਤੁਹਾਨੂੰ ਇੰਸਟਾਲ ਕਰਕੇ ਪੰਪ ਲਾਉਣ ਵਾਸਤੇ ਪੈਸਾ ਦਿੱਤਾ ਜਾਂਦਾ, ਪੈਸਾ ਤਾਂ ਉਹ ਇੰਸਟਾਲ ਵੀ ਕਰਨ ਦੇਣਗੇ। ਔਰ ਬੈਕਅਪ ਵਾਲਵ ਹੋਣਾ ਚਾਹੀਦਾ। ਇਹ ਸਾਰੇ ਘਰਾਂ 'ਚ ਜ਼ਰੂਰੀ ਹੈ, ਔਰ ਤੁਹਾਨੂੰ ਆਪਣਾ ਪੈਸਾ ਖਰਚਣ ਦੀ ਕੋਈ ਲੋੜ ਨਹੀਂ ਹੈਗੀ ਹੈ। ਹੁਣ ਆਮ ਘਰਾਂ ਵਿੱਚ ਕੀ ਹੁੰਦਾ, ਹੁਣ ਮੀਂਹਾਂ ਦਾ ਮੌਸਮ ਆਏਗਾ, ਕੈਨੇਡਾ ਦੇ ਵਿੱਚ ਬੜੀ ਵੱਡੀ ਪ੍ਰੋਬਲਮ ਹੋ ਰਹੀ ਹੈ ਫਲੱਡਿੰਗ ਦੀ। ਕੀ ਤੁਹਾਡਾ ਏਰੀਆ ਫਲੱਡ ਜ਼ੋਨ 'ਚ ਤਾਂ ਨਹੀਂ ਹੈਗਾ? ਹੁਣ ਜੇ ਫਲੱਡ ਜ਼ੋਨ 'ਚ ਨਹੀਂ ਵੀ ਹੈਗਾ ਤਾਂ ਵੀ ਸੰਪ ਪੰਪ ਤੇ ਬੈਕਅਪ ਵਾਲ ਤੁਹਾਨੂੰ ਕੋਈ ਕਾਸਟ ਨਹੀਂ ਹੈਗੀ ਹੈ। ਜਿਹੜੇ ਸਿਟੀ ਤੋਂ ਹੋਰ ਕੁਝ ਫੈਸਿਲਿਟੀਜ਼ ਹੈ ਜਿਹੜੀਆਂ ਅਵੇਲੇਬਲ ਹੈਗੀਆਂ, ਉਹ ਅਸੀਂ ਬਹੁਤ ਸਾਰੇ ਲੋਕ ਯੂਟੀਲਾਈਜ਼ ਨਹੀਂ ਕਰ ਸਕਦੇ। ਉਹਦੇ 'ਚ ਸਿਟੀ ਤੋਂ ਇਨਫੋਰਮੇਸ਼ਨ ਮਿਲ ਜਾਂਦੀ ਆ ਕਿ ਮੇਰੇ ਘਰ ਦੀ ਜ਼ੋਨਿੰਗ ਇਸ ਵੇਲੇ R1 ਹੈਗੀ ਹੈ, ਕੱਲ੍ਹ ਇਸ ਨੂੰ ਡਿਫਰੈਂਟ ਜ਼ੋਨਿੰਗ ਹੋ ਸਕਦੀ ਹੈ, ਕਿ ਮੇਰੇ ਘਰਾਂ ਦੀ ਜਿਹੜੀ ਕੀਮਤ ਹੈ ਇਹ ਮਲਟੀਪਲਾਈ ਸਕਦੀ ਹੈ, ਕਿ ਮੈਂ ਇਸ ਲਾਟ ਨੂੰ 2 ਤਰ੍ਹਾਂ ਕਰ ਸਕਦਾ। ਇਹਨਾਂ ਚੀਜ਼ਾਂ ਦਾ ਪਹਿਲਾਂ ਤੁਸੀਂ ਘਰ ਲੈਣ ਤੋਂ ਪਹਿਲਾਂ ਭਾਵੇਂ ਇਨਵੈਸਟਮੈਂਟ ਪ੍ਰਾਪਰਟੀ ਲੈ ਰਹੇ ਹੋ, ਭਾਵੇਂ ਘਰ ਲੈ ਰਹੇ ਹੋ, ਇਹਨਾਂ ਚੀਜ਼ਾਂ ਦਾ ਚੀਜ਼ਾਂ ਨੇ ਜਿਹਨਾਂ ਨੂੰ ਸਟੱਡੀ ਕਰਨਾ ਚਾਹੀਦਾ। ਸਿਟੀ ਨੂੰ ਫੋਨ ਕਰ ਲਵੋ ਔਰ ਸਿਟੀ ਤੋਂ ਸਾਰੀ ਇਨਫੋਰਮੇਸ਼ਨ ਲੈ ਲਓ। ਇਹ ਜਿਹੜੀਆਂ ਚੀਜ਼ਾਂ ਇਹ ਤੁਹਾਨੂੰ ਬੜੇ ਫਾਇਦੇਮੰਦ ਹੋ ਜਾਂਦੀਆਂ। ਕਿ ਕਈ ਲੋਕਾਂ ਨੇ ਕੀ ਆ ਕਿ ਇੱਕ ਛੋਟਾ ਜਿਹਾ ਘਰ ਲੈ ਕੇ ਉਹਨੂੰ ਢਾਹ ਕੇ ਉਹਦਾ ਬਣਾ ਲਿਆ, ਜਾਂ ਥੋੜ੍ਹਾ ਵੱਡਾ ਲਾਟ ਸੀ ਉਹਦੇ 3 ਲਾਟ ਬਣਾ ਲੈਣ। ਅਤੇ ਇਹਨਾਂ ਦਾ ਇਨਵੈਸਟਮੈਂਟ ਵਾਸਤੇ ਵੀ ਜਾਂ ਘਰਾਂ ਵਾਸਤੇ ਵੀ ਹੈਗਾ। ਔਰ ਜੇ ਤੁਹਾਡੇ ਘਰ ਦੇ ਬਜ਼ੁਰਗ ਰਹਿੰਦੇ ਨੇ, ਉਹਦਾ ਜ਼ਰੂਰ ਡੈਫੀਨੇਟਲੀ ਪ੍ਰਾਪਰਟੀ ਟੈਕਸ ਵਾਸਤੇ ਰਿਡਕਸ਼ਨ ਵਾਸਤੇ ਤੁਸੀਂ ਜ਼ਰੂਰ ਰਿਕੁਐਸਟ ਕਰੋ, ਸਪੈਸ਼ਲੀ ਕਿ ਜੇ ਤੁਹਾਡੀ ਇਨਕਮ ਥੋੜ੍ਹੀ ਹੈਗੀ ਆ। ਨਵਤਾਜ ਜੀ, ਹੁਣ ਅਸੀਂ ਆਖਰੀ ਹਿੱਸੇ 'ਚ ਕੁਝ ਸਵਾਲ ਲੈ ਲਈਏ ਜੀ। ਇੱਕ ਤੇ ਪੁੱਛ ਰਹੇ ਨੇ ਕਿ ਜੀ ਆਪਣਾ ਦੁਸ਼ਯੰਤ ਪੁੱਛ ਰਹੇ ਨੇ ਕਿ ਹਾਊ ਟੂ ਸ਼ਾਰਟ ਲਿਸਟ ਏ ਗੁੱਡ CPA। ਇਹ ਜਦੋਂ ਕੋਈ CPA ਨੂੰ ਵਧੀਆ ਢੰਗ ਹੁੰਦਾ ਕਿ ਜਿਹੜਾ CPA ਉਹਦੀਆਂ ਖੁਦ ਇਨਵੈਸਟਮੈਂਟ ਪ੍ਰਾਪਰਟੀਆਂ ਹੋਣ, ਔਰ ਦੂਸਰੀ ਗੱਲ ਉਸ ਨੂੰ ਥੋੜ੍ਹੇ ਲੰਬੇ ਟਾਈਮ ਦਾ ਤਜਰਬਾ ਹੋਵੇ। ਮੈਂ ਜ਼ਰੂਰੀ ਨਹੀਂ ਕਹਿੰਦਾ ਕਿ ਜਿਹੜੇ ਨਵੇਂ CPA ਉਹ ਅੱਛੇ ਨਹੀਂ ਹੋਣਗੇ, ਪਰ ਜਦੋਂ ਕਿਸੇ ਨੇ ਉਹਨਾਂ ਨੇ ਇੰਟਰਨਸ਼ਿਪ ਕਿਸੇ ਅੱਛੇ ਐਕਸਪੀਰੀਅੰਸ CPA ਨਾਲ ਕੀਤੀ ਹੈ, ਜਾਂ ਕਿਸੇ ਵੱਡੀ ਅਕਾਊਂਟਿੰਗ ਫਰਮ ਵਿੱਚ ਕੀਤੀ ਹੈ, ਉਹਦਾ ਕਾਫੀ ਫਾਇਦਾ ਹੋ ਜਾਂਦਾ। ਪਰ ਜ਼ਰੂਰੀ ਗੱਲ ਹੈ ਕਿ ਤੁਸੀਂ CPA ਨੂੰ ਉਹਦੀ ਪ੍ਰੀ ਕੁਆਲੀਫਿਕੇਸ਼ਨ ਜ਼ਰੂਰ ਦੇਖੋਗੇ ਕਿ ਤੁਹਾਡੇ ਕੋਲ ਇਨਵੈਸਟਮੈਂਟ ਪ੍ਰਾਪਰਟੀ ਹੈਗੀਆਂ ਔਰ ਤੁਸੀਂ ਕਿੰਨੇ ਚਿਰ ਤੋਂ ਕਰ ਰਹੇ ਹੈਗੇ ਹੋ। ਅਤਿੰਦਰ ਪੁੱਛ ਰਹੇ ਨੇ, ਐਜ਼ ਅ ਰੈਗੂਲਰ ਪੇਰੋਲ EMPLOYEE one gives a lot in taxes। ਇਹ ਟੈਕਸ ਬਚਾਉਣਾ ਤੇ ਡਿਫਰੈਂਟ ਸਟ੍ਰੈਟਜੀ ਹੈ, ਮੇਰੇ ਖਿਆਲ ਸਾਡੇ ਟੌਪਿਕ ਦਾ ਹਿੱਸਾ ਨਹੀਂ ਹੈ, ਜਾਂ ਕੁਝ ਤੁਸੀਂ ਇਹਦੇ ਵਿੱਚ ਕਰ ਸਕਦੇ ਹੈਗੇ। ਤੇ ਅੱਛਾ, ਇੱਕ ਪੁੱਛ ਰਹੇ ਨੇ ਮਨੋਹਰ ਕਿ ਜੇ ਆਲਰੇਡੀ ਹੁਣ ਘਰ ਆਪਣੇ ਨਾਂ ਤੇ ਖਰੀਦੇ ਹੋਏ ਨੇ ਜੀ, ਕਿ ਇਹਨਾਂ ਨੂੰ ਹੁਣ ਸਵਿਚ ਕਰ ਸਕਦੇ ਆ ਕਾਰਪੋਰੇਸ਼ਨ? ਹਾਂਜੀ, ਬਿਲਕੁਲ ਜ਼ਰੂਰ ਕਰ ਸਕਦਾ। ਤੁਸੀਂ ਆਪਣੇ ਵਕੀਲ ਨੂੰ ਜਾਂ ਆਪਣੇ ਵਕੀਲ ਨੂੰ CPA ਨੂੰ ਪਹਿਲਾਂ ਸਲਾਹ ਲੈ ਕੇ ਦੇਖੋ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਤੁਸੀਂ ਇਸ ਦਾ ਪ੍ਰੋਪਰ ਪਲਾਨ ਕਰ ਲਵੋ, ਔਰ ਪਲਾਨ ਕਰਨ ਤੋਂ ਪਹਿਲਾਂ ਦੇਖੋ ਕਿ ਇਹਦੇ ਕੀ ਪ੍ਰੋਸ ਅਤੇ ਬੈਨੀਫਿਟਸ ਹੈਗੇ ਨੇ। ਇਹਦੇ ਵਿੱਚ ਇੱਕ CR ਦਾ ਇੱਕ ਸੈਕਸ਼ਨ ਹੈਗਾ, ਉਹਦੇ ਥੱਲੇ ਤੁਸੀਂ ਆਪਣਾ ਜਿਹੜੀ ਕੋਈ ਇਨਵੈਸਟਮੈਂਟ ਪ੍ਰਾਪਰਟੀ ਆਪਣੇ ਨਾਂ ਤੋਂ ਕਾਰਪੋਰੇਸ਼ਨ ਦੇ ਨਾਂ 'ਤੇ ਕਰ ਸਕਦੇ ਹੈਗੇ ਹੋ। ਅੱਛਾ, ਅੱਗੇ ਪੁੱਛ ਰਹੇ ਨੇ ਜੀ ਸੁਮਿਤ ਕਿ ਕਿਸੇ ਦੂਸਰੇ ਦੇ ਨਾਮ 'ਤੇ ਇਨਵੈਸਟਮੈਂਟ ਪ੍ਰਾਪਰਟੀ ਖਰੀਦਣਾ? ਜੀ, ਦੂਸਰੇ ਬੰਦੇ ਨੂੰ ਆਪਣੀ ਬੰਦੂਕ ਦੇਣੀ ਅਤੇ ਉਹਨੂੰ ਪਰਸ ਫੜਾਉਣਾ ਇਹ ਬੜਾ ਰਿਸਕੀ ਕੰਮ ਹੈਗਾ। ਸਿਰਫ ਤੁਸੀਂ ਆਪਣੇ ਨਾਮ 'ਤੇ ਲਵੋ ਔਰ ਆਪਣੇ ਨਾਮ 'ਤੇ ਕਾਰਪੋਰੇਸ਼ਨ ਬਣਾਵੋ। ਕਿ ਤੁਹਾਡੇ ਫ਼ੋਨ ਨੰਬਰ ਮੰਗਣ ਵਾਲੇ, ਤੁਹਾਡੇ ਫ਼ੋਨ ਨੰਬਰ ਅਸੀਂ ਬਾਅਦ 'ਚ ਕਰਦੇ ਜੀ। ਜ਼ਿਆਦਾਤਰ ਇਹ ਜਿਹੜਾ ਇੱਕ ਵਾਰ ਜਿਹੜੀ ਇਹ ਸਾਈਟ ਸੀਗੀ, ਇਹ ਹੈਗੀ ਸਪੌਟ ਕ੍ਰਾਈਮ ਜੀ, ਇਹਨੂੰ ਲੈ ਕੇ ਕਾਫੀ ਜ਼ਿਆਦਾ ਮੈਸੇਜ ਸੀਗੇ, ਚਲੋ ਕਨਫਿਊਜ਼ਨ ਰਿਹਾ ਬੋਲਣ 'ਚ। spotcrime.com ਅਤੇ ਤੁਸੀਂ ਦੁਬਾਰਾ ਚੈੱਕ ਕਰੋਗੇ ਅਤੇ ਇਹ ਸਾਈਟ ਕੰਮ ਕਰ ਰਹੀ ਹੈ। ਮੈਂ ਵੀ ਖੋਲ੍ਹ ਕੇ ਦੇਖੀ ਹੈ। ਅਤੇ ਜਾਣ ਤੋਂ ਪਹਿਲਾਂ ਜੀ ਹੁਣ ਸਾਡੇ ਕੋਲ ਆਖਰੀ 2-3 ਮਿੰਟ ਨੇ ਜੀ, ਅਤੇ ਹੋਰ ਕੀ ਐਡਵਾਈਸ ਦੇਣਾ ਚਾਹੁੰਦੇ ਹੋ ਜ਼ਿਆਦਾ ਇਨਫੋਰਮੇਸ਼ਨ ਵਾਸਤੇ? ਕਿਉਂਕਿ ਹੁਣ ਇੰਨੀ ਕੁ ਅਸੀਂ ਡਿਸਕਸ਼ਨ 'ਚ ਸਾਰੀਆਂ ਗੱਲਾਂ ਤਾਂ ਨਹੀਂ ਕਰ ਸਕਦੇ, ਪਰ ਥੋੜ੍ਹਾ ਉਸ ਪਾਸੇ ਇਸ਼ਾਰਾ ਹੀ ਕੀਤਾ ਜੀ।
ਮੈਂ ਇਸ ਖੇਤਰ ਦੇ ਵਿੱਚ ਪਿਛਲੇ 30 ਸਾਲ ਤੋਂ ਪੜ੍ਹਾ ਰਿਹਾ ਸਾਰੇ ਕੈਨੇਡਾ ਦੇ ਵਿੱਚ। ਮੈਂ ਸਾਰੇ ਕੈਨੇਡਾ ਦੇ ਹਰ ਪ੍ਰੋਵਿੰਸ ਤੇ ਹਰ ਟੈਰੀਟਰੀ ਦੇ ਵਿੱਚ ਪਿਛਲੇ 30 ਸਾਲਾਂ ਤੋਂ ਪੜ੍ਹਾ ਰਿਹਾ ਔਰ 30 ਡਿਫਰੈਂਟ ਸ਼ਹਿਰਾਂ 'ਚ ਪੜ੍ਹਾਉਂਦਾ ਸੀ। ਹੁਣ ਇਹ ਜਿਹੜੀ ਐਜੂਕੇਸ਼ਨ ਹੈਗੀ ਆ, ਮੈਂ ਸਿੰਪਲ ਜੀ ਗੱਲ ਕਹਿਣਾ ਕਿ ਜਿਹੜੀ ਐਜੂਕੇਸ਼ਨ ਆ ਉਹ ਬਹੁਤ ਸਸਤੀ ਹੁੰਦੀ ਹੈ, ਗਲਤੀ ਬਹੁਤ ਮਹਿੰਗੀ ਪੈਂਦੀ ਹੈ। ਮੈਂ ਹਰ ਮਹੀਨੇ 3 ਘੰਟੇ ਦਾ ਇੱਕ ਸੈਮੀਨਾਰ ਲਗਾਉਂਦੇ ਹਾਂ। ਉਸ ਦੇ ਵਿੱਚ ਕਹੀਦਾ ਕਿ ਤੁਸੀਂ ਕੋਈ ਪ੍ਰਾਪਰਟੀਜ਼ ਨੂੰ ਕਿਸ ਤਰ੍ਹਾਂ ਠੀਕ ਰੇਟ 'ਤੇ ਲੈਣਾ ਜਾਂ ਸਸਤੇ ਭਾਅ 'ਤੇ ਲੈਣਾ, ਉਹਦੇ ਕਿਸ ਤਰ੍ਹਾਂ ਤੁਸੀਂ ਪ੍ਰਾਪਰਟੀ ਲੈਣੀ ਹੈ, ਕਿਸ ਤਰ੍ਹਾਂ ਉਸ ਦੇ ਟੈਕਸਿਸ ਨੂੰ ਕਿਸ ਤਰ੍ਹਾਂ ਠੀਕ ਕਰਨਾ ਹੈ, ਕਿ ਤੁਸੀਂ ਆਪਣੇ ਪੈਸੇ ਲਾਉਣੇ ਚਾਹੀਦੇ ਜਾਂ ਨਹੀਂ ਲਾਉਣੇ ਚਾਹੀਦੇ। ਇਸ ਚੀਜ਼ਾਂ ਬਾਰੇ 3 ਘੰਟੇ ਦੀ ਕਲਾਸ ਹੁੰਦੀ ਹੈ। ਤੁਸੀਂ ਇਸ ਕਲਾਸ ਬਾਰੇ ਮੈਨੂੰ ਟੈਕਸਟ ਕਰ ਸਕਦੇ ਹੋ 416 409 7300 416 409 7300। ਔਰ ਦੂਸਰੀ ਗੱਲ ਹੈਗੀ ਕਿ ਜਦੋਂ ਵੀ ਤੁਸੀਂ ਪੜ੍ਹਾਈ ਕਰਦੇ ਹੈਗੇ ਹੋ ਉਹਦਾ ਵੀ ਜਿਹੜਾ ਤੁਸੀਂ ਪੈਸਾ ਦਿੰਦੇ ਹੋ ਉਹ ਵੀ ਟੈਕਸ ਡਿਡਕਟੇਬਲ ਹੈਗਾ। ਇਹ ਗੱਲਾਂ ਬਹੁਤ ਜ਼ਰੂਰੀ ਹੈਗੀਆਂ। ਘਰਾਂ ਸਭ ਨੂੰ ਜਿਹੜੇ ਸਭ ਨੂੰ ਜ਼ਿੰਦਗੀ ਦੇ ਵਿੱਚ ਸਭ ਨੂੰ ਵੱਡਾ ਕਰਜ਼ਾ ਤੁਹਾਡਾ ਆਪਣਾ ਘਰ ਹੈਗਾ ਔਰ ਸਭ ਨੂੰ ਵੱਡੀ ਜਾਇਦਾਦ ਵੀ ਤੁਹਾਡਾ ਘਰ ਹੈ। ਇਸ ਬਾਰੇ ਜਿੰਨੀ ਤੁਹਾਡੇ ਕੋਲ ਐਜੂਕੇਸ਼ਨ ਹੋਏਗੀ, ਤੁਹਾਡੇ ਬੱਚਿਆਂ ਕੋਲ ਵੀ ਐਜੂਕੇਸ਼ਨ ਹੋਏਗੀ, ਓਨਾ ਹੀ ਤੁਹਾਨੂੰ ਫਾਇਦਾ ਹੋਏਗਾ। ਜੇ ਤੁਹਾਡੇ ਕੋਲ ਐਜੂਕੇਸ਼ਨ ਨਹੀਂ ਹੈਗੀ ਤਾਂ ਜਿਹੜੀ ਤੁਹਾਨੂੰ ਇਹਦੀ ਕਾਸਟ ਹੈਗੀ ਆ ਉਹ $1 ਮਿਲੀਅਨ ਵਿੱਚ ਪੈ ਰਹੀ ਹੈ। ਅਤੇ ਇਸ ਕਰਕੇ ਮੇਰੀ ਸਾਰੇ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਜ਼ਰੂਰ ਇਸ ਬਾਰੇ ਸਿੱਖੋ, ਆਪਣੇ ਬੱਚਿਆਂ ਨੂੰ ਪੜ੍ਹਾਓ, ਕਿਉਂਕਿ ਇਹ ਵਿੱਦਿਆ ਇੱਕ ਇੱਦਾਂ ਦੀ ਚੀਜ਼ ਹੈ ਕਿ ਸਕੂਲਾਂ ਦੇ ਕਾਲਜਾਂ ਵਿੱਚ ਨਹੀਂ ਪੜ੍ਹਾਈ ਜਾਂਦੀ। ਦੇਖੋ ਇਹਦੇ 'ਚ ਆਖਰੀ ਇੱਕ ਕਮੈਂਟ ਹੀ ਹੈ, ਕਿਉਂਕਿ ਜਿਹੜੇ ਰਿਐਲਟਰ ਨੇ ਉਹ ਹਰੇਕ ਬੰਦੇ ਨੂੰ ਇਹ ਐਜੂਕੇਟ ਕਰਦੇ ਨੇ ਕਿ ਘਰ ਨੂੰ ਫ੍ਰੀ ਨਾ ਕਰੋ, ਇਹਦੇ ਪੈਸੇ ਨੂੰ ਯੂਜ਼ ਕਰੋ। ਇਹਨੇ ਜ਼ਿਆਦਾ ਗੜਬੜ ਕੀਤੀ ਹੋਈ ਹੈ। ਤੁਸੀਂ ਕਹਿ ਰਹੇ ਹੋ ਕਿ ਜਿਹੜਾ ਪ੍ਰਾਇਮਰੀ ਹਾਊਸ ਹੈ ਤੁਹਾਨੂੰ ਉਹ ਜਲਦੀ ਫ੍ਰੀ ਕਰਨਾ ਚਾਹੀਦਾ। ਦੇਖੋ 2 ਤਰ੍ਹਾਂ ਦੇ ਹੈਗੇ ਆ ਕਿ ਕਿਸੇ ਵੀ ਆਪਣੀ ਮਾਂ ਭੈਣ ਕਿਸੇ ਵੀ ਲੇਡੀ ਨੂੰ ਪੁੱਛੋ, ਉਹਨੂੰ ਸਭ ਤੋਂ ਪਹਿਲਾਂ ਚੀਜ਼ ਹੁੰਦੀ ਹੈ ਸਿਕਿਉਰਿਟੀ। ਜਿਹੜਾ ਤੁਹਾਡਾ ਆਪਣਾ ਘਰ ਉਹ ਬੜਾ ਸੇਫ ਅਤੇ ਸਿਕਿਉਰ ਹੋਣਾ ਚਾਹੀਦਾ। ਦੂਸਰੀ ਗੱਲ ਹੈ ਲੈਵਰੇਜ ਕਿਸੇ ਹੱਦ ਤੱਕ ਠੀਕ ਹੈਗੀ ਆ। ਜਦੋਂ ਤੁਸੀਂ ਲੈਵਰੇਜ ਕਿਸੇ ਹੱਦ ਤੋਂ ਪਾਰ ਕਰ ਜਾਂਦੇ ਹੋ ਦੈਨ ਬਿਕਮ ਵੈਰੀ ਡੇਂਜਰਸ। ਹੁਣ ਕੀ ਹੋ ਰਿਹਾ ਇਸ ਵੇਲੇ ਬੈਂਕਰਪਸੀਆਂ ਇੰਨੀਆਂ ਹੋ ਰਹੀਆਂ, ਪਾਵਰ ਸੇਲ ਇੰਨੀਆਂ ਹੋ ਰਹੀਆਂ ਕਿ ਮੇਰਾ ਦਿਲ ਦੁਖਣ ਲੱਗ ਜਾਂਦਾ ਕਿ ਹਾਏ ਵਿਚਾਰਿਆਂ ਨੇ ਇਹ ਆਪਣੇ ਮਾਂ ਬਾਪ ਦੇ ਪੈਸੇ ਵੀ ਨਹੀਂ ਛੱਡੇ ਔਰ ਇੰਨਾ ਓਵਰ ਲੈਵਰੇਜ ਕਰ ਲਿੱਤਾ ਕਿ ਮੈਂ ਇੱਕ ਘਰ ਲਾਲਚ ਕਰਕੇ, ਠੀਕ ਹੈ ਤੁਸੀਂ ਜੇ ਪ੍ਰੀ ਕੰਸਟਰਕਸ਼ਨ ਕਰ ਰਹੇ ਹੋ ਜਾਂ ਸਪੈਕੂਲੇਸ਼ਨ ਕਰ ਰਹੇ ਹੋ, ਸਪੈਕੂਲੇਸ਼ਨ ਦਾ ਇੱਕ ਰੂਲ ਹੈ, ਜਸਟ ਰੈਡੀ ਬੀ ਫॉर ਬਿਗ ਲਾਸ, ਬੀ ਰੈਡੀ ਫॉर ਦ ਬੈਂਕਰਪਸੀ। ਜਿਹੜੀ ਰੀਅਲ ਸਟੇਟ ਇਨਵੈਸਟਮੈਂਟ ਹੈ ਉਹ ਸਪੈਕੂਲੇਸ਼ਨ ਨਹੀਂ ਹੈਗੀ ਹੈ। ਰੀਅਲ ਸਟੇਟ ਇਨਵੈਸਟਮੈਂਟ ਇੱਕ ਬੜੇ ਸਿਸਟਮੈਟਿਕ ਸਿਸਟਮ ਹੁੰਦਾ ਕਿ ਤੁਸੀਂ 25 ਸਾਲ ਦੀ ਉਮਰ ਹੈਗੀ ਹੈ, ਤੁਸੀਂ 65 ਸਾਲ ਤੱਕ ਤੁਸੀਂ ਕਿੰਨੀ ਇਨਵੈਸਟਮੈਂਟ ਕਰਨੀ ਹੈ, ਕੀ ਤੁਸੀਂ 10 ਪ੍ਰਾਪਰਟੀ ਬਣਾਉਣੀ ਚਾਹੁੰਦੇ ਹੋ, ਕੀ ਤੁਸੀਂ ਮਹੀਨੇ ਦਾ 25 ਜਾਂ 30 ਹਜ਼ਾਰ ਇਨਕਮ ਲਗਾਉਣੀ ਚਾਹੁੰਦੇ ਹੈਗੇ ਹੋ। ਉਹਦੇ ਨਾਲ ਇੱਕਦਮ ਜਿਹੜਾ ਨਾ ਕੁਇਕ ਰਿਚ ਵਾਲਾ ਕੰਮ ਹੈਗਾ ਉਹ ਰੀਅਲ ਸਟੇਟ ਇਨਵੈਸਟਮੈਂਟ ਸਟ੍ਰੈਟਜੀ ਵਿੱਚ ਨਹੀਂ ਆਉਂਦਾ, ਉਹ ਸਿਰਫ ਸਪੈਕੂਲੇਸ਼ਨ ਵਿੱਚ ਆਉਂਦਾ। ਤੁਸੀਂ ਇਹ ਸੋਚੋ ਕਿ ਮੈਂ ਲੌਂਗ ਟਰਮ ਵਾਸਤੇ ਇਨਵੈਸਟਮੈਂਟ ਕਰਨੀ ਹੈਗੀ ਆ ਔਰ ਲੌਂਗ ਟਰਮ ਵਾਸਤੇ ਆਪਣੇ ਬੱਚਿਆਂ ਵਾਸਤੇ ਆਪਣੇ ਸੁੱਖ ਵਾਸਤੇ ਹਰ ਮਹੀਨੇ ਦੀ ਮੈਂ 20 ਤੋਂ ਲੈ ਕੇ 50 ਹਜ਼ਾਰ ਇਨਕਮ ਸਾਰੀ ਉਮਰ ਲਈ ਲਗਾਉਣੀ ਚਾਹੁੰਦਾ। ਉਸ ਤੋਂ ਇਲਾਵਾ ਮੈਂ ਆਪਣੀ ਇੱਕ ਜਨਰੇਸ਼ਨਲ ਵੈਲਥ ਕ੍ਰੀਏਟ ਕਰਨਾ ਚਾਹੁੰਦਾ, ਜਿੱਦਾਂ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਇਹ ਸਾਡੇ ਦਾਦਿਆਂ ਪੜਦਾਦਿਆਂ ਦੀ ਜਾਇਦਾਦ ਹੈ। ਅਤੇ ਤੁਸੀਂ ਵੀ ਇਹ ਚੀਜ਼ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਪੁੱਤ ਪੋਤਰਿਆਂ ਵਾਸਤੇ ਜਾਂ ਕਿਸੇ ਚੀਜ਼ ਵਾਸਤੇ ਪਿੱਛੇ ਛੱਡ ਕੇ ਜਾਣਾ ਚਾਹੁੰਦੇ ਹੋ। ਇਸ ਨੂੰ ਬੜਾ ਸਿਸਟਮੈਟਿਕਲੀ ਅਪਰੋਚ ਕਰਨਾ ਚਾਹੀਦਾ। ਇਹਦੀ ਪ੍ਰੋਪਰ ਐਜੂਕੇਸ਼ਨ ਲੈ ਕੇ ਪਲਾਨ ਆਫ ਐਕਸ਼ਨ ਲੈ ਕੇ ਤਾਂ ਕਰਨਾ ਚਾਹੀਦਾ ਹੈਗਾ। ਜਿਹੜਾ ਇਹ ਕੁਇਕ ਵਾਲਾ ਕੰਮ ਹੈ ਉਹਦੇ ਵਿੱਚ ਇਜ਼ ਆਲ ਰੈਡ ਫਲੈਗਸ। ਮੇਰੀ ਇਹ ਆਪਣੇ ਪਰਸਨਲ ਓਪੀਨੀਅਨ ਹੈਗਾ, ਮੇਰਾ ਕਿਸੇ ਦਾ ਦਿਲ ਦੁਖਾਉਣ ਦਾ ਕੋਈ ਮਤਲਬ ਨਹੀਂ ਆ ਅਤੇ ਨਾ ਮੈਂ ਕਿਸੇ ਰੀਅਲਟਰ ਬਾਰੇ ਜਾਂ ਕਿਸੇ ਬਾਰੇ ਮੈਨੂੰ ਅੱਛਾ ਜਾਂ ਬੁਰਾ ਨਹੀਂ ਕਹਿਣਾ। ਹਰ ਇਨਸਾਨ ਆਪਣੇ ਹਿਸਾਬ ਨਾਲ ਆਪਣੇ ਤਜਰਬੇ ਦੇ ਨਾਲ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਨਤਾਜ ਜੀ। ਧੰਨਵਾਦ ਜੀ। ਥੈਂਕ ਯੂ।